ਸ਼ਮਾਦਾਨ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਪ੍ਰੋਗਰਾਮ ਸ਼ਮਾਦਾਨ 'ਚ ਸਵਾਗਤ ਕਰਦੇ ਹਾਂ ਜੀ ਤੁਹਾਡਾ। ਮੈਂ ਦਲਬੀਰ ਬਰਾੜ ਅਤੇ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਜੀ ਢਿੱਲੋਂ, ਸੀਨੀਅਰ ਜਰਨਲਿਸਟ। ਢਿੱਲੋਂ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ ਜੀ, ਮਿਹਰਬਾਨੀ। ਢਿੱਲੋਂ ਸਾਹਿਬ, ਗੱਲ ਕਰਦੇ ਹਾਂ ਦਮਦਮਾ ਸਾਹਿਬ ਵਾਲੀ ਖਬਰ ਦੀ ਕਿ ਵਿਕਾਸ ਲੋੜਦੇ ਦਮਦਮਾ ਸਾਹਿਬ ਨੂੰ ਕਿਉਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਜੀ? ਦੇਖੋ ਦਲਵੀਰ ਜੀ, ਜਦੋਂ ਅਸੀਂ ਦਮਦਮਾ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਸਾਡੇ ਸਾਹਮਣੇ ਇੱਕ ਬਹੁਤ ਵੱਡਾ ਇਤਿਹਾਸ ਹੈ ਜਿਹੜਾ ਉਹ ਆ ਜਾਂਦਾ ਹੈ ਜੀ। ਦਮਦਮਾ ਸਾਹਿਬ ਉਹ ਜਗ੍ਹਾ ਹੈ ਜਿੱਥੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀਆਂ ਜੰਗਾਂ ਯੁੱਧਾਂ ਤੋਂ ਵਿਹਲਾ ਹੋ ਕੇ ਉਹਨਾਂ ਨੇ ਆ ਕੇ ਇੱਥੇ ਕਬਰ ਕਸਾ ਖੋਲ੍ਹਿਆ ਸੀ ਜੀ। ਲਗਭਗ 9 ਮਹੀਨਿਆਂ ਦੇ ਕਰੀਬ ਉਹ ਇੱਥੇ ਰਹੇ ਜੀ। ਔਰ ਇੱਥੇ ਰਹਿ ਕੇ ਉਹਨਾਂ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਹੈ ਜਿਹੜਾ ਉਹ ਆਪਣੀ ਜ਼ੇਰੇ ਨਿਗਰਾਨੀ ਕਰਵਾਇਆ ਜੀ। ਇੱਥੋਂ ਹੀ ਉਹ ਦੱਖਣ ਨੂੰ ਚੱਲਦੇ ਹੈ, ਦਿੱਲੀ ਨੂੰ ਚੱਲਦੇ ਹੈ ਔਰੰਗਜ਼ੇਬ ਨੂੰ ਮਿਲਣ ਵਾਸਤੇ, ਉਹਦੇ ਨਾਲ ਗੱਲਬਾਤ ਕਰਨ ਵਾਸਤੇ, ਕਿਉਂਕਿ ਔਰੰਗਜ਼ੇਬ ਨੂੰ ਜਿਹੜਾ ਜ਼ਫਰਨਾਮਾ ਲਿਖ ਕੇ ਭੇਜਿਆ ਸੀ ਗੁਰੂ ਸਾਹਿਬ ਨੇ, ਉਹਦੇ ਜਵਾਬ ਦੇ ਵਿੱਚ ਜਿਹੜੀ ਉਹਨੇ ਇੱਕ ਪੱਤਰ ਭੇਜਿਆ ਸੀ, ਕਿਹਾ ਸੀ ਜੀ ਮੈਂ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ, ਮਿਲਣਾ ਚਾਹੁੰਦਾ, ਪਰ ਬਿਮਾਰ ਹੋਣ ਕਰਕੇ ਮੇਰੇ ਲਈ ਆਉਣਾ ਮੁਸ਼ਕਿਲ ਹੈ ਅਤੇ ਤੁਸੀਂ ਮੈਨੂੰ ਮਿਲੋ। ਅਤੇ ਗੁਰੂ ਸਾਹਿਬ ਕਿਉਂਕਿ ਉਹ ਇੰਨੇ ਜ਼ਿਆਦਾ ਜਿੱਦੀ ਨਹੀਂ ਸੀ, ਕੱਟੜ ਨਹੀਂ ਸੀ ਕਿ ਉਹ ਵਾਰਤਾ ਦੇ ਵਿੱਚ, ਸੰਵਾਦ ਦੇ ਵਿੱਚ ਵਿਸ਼ਵਾਸ ਰੱਖਦੇ ਸੀ ਜੀ। ਕਿਉਂਕਿ ਜਿਹੜੇ ਲੋਕ ਮਹਾਨ ਲੋਕ ਹੁੰਦੇ ਆ, ਮਹਾਨ ਲੋਕਾਂ ਦਾ ਕੋਈ ਮਤਲਬ ਜਿਹੜਾ ਹੈਗਾ ਆਪਣੀ ਹਉਮੈ ਨਹੀਂ ਹੁੰਦੀ ਜੀ। ਉਹ ਹਉਮੈ ਸੀ ਨਹੀਂ ਸੀ ਉਹਨਾਂ ਦੇ ਵਿੱਚ, ਤੇ ਉਧਰ ਨੂੰ ਚੱਲੇ ਸੀ। ਸੋ ਇਹ ਇਲਾਕੇ ਨੂੰ ਜੇ ਅਸੀਂ ਦੇਖੀਏ ਤਾਂ ਇਸੇ ਨੂੰ ਹੀ ਗੁਰੂ ਕੀ ਕਾਸ਼ੀ ਦਾ ਵਰ ਦਿੱਤਾ ਸੀ ਗੁਰੂ ਸਾਹਿਬ ਨੇ। ਬਹੁਤ ਲੰਬਾ ਸਮਾਂ ਵਿਦਿਅਕ ਪੱਖ ਤੋਂ ਇਸ ਜਗ੍ਹਾ ਨੂੰ ਇਗਨੋਰ ਕੀਤਾ ਗਿਆ, ਲੇਕਿਨ ਅੱਜ ਵੀ ਤੁਸੀਂ ਦੇਖਿਆ ਹੋਣਾ ਕਿ ਬਹੁਤ ਵੱਡੇ ਵੱਡੇ ਲੋਕ ਜਿਹੜੇ ਆ ਉਹ ਦਮਦਮਾ ਸਾਹਿਬ ਨੂੰ ਜਾਂਦੇ ਹੈ ਜੀ। ਕਾਫੀ ਸਮਾਂ ਪਹਿਲਾਂ ਮੈਂ, ਸਾਡੇ ਬਹੁਤ ਵੱਡੇ ਇਤਿਹਾਸਕਾਰ, ਆਪਣੇ ਤੁਹਾਡੇ ਸਾਹਿਤਕਾਰ ਹੈ ਪੰਜਾਬ ਦੇ, ਬੜੇ ਵੱਡੇ ਕਹਾਣੀਕਾਰ ਸਰਦਾਰ ਗੁਰਬਚਨ ਸਿੰਘ ਭੁੱਲਰ ਜੀ, ਉਹਨਾਂ ਦਾ ਮੈਂ ਇੱਕ ਅਖਬਾਰ ਦੇ ਵਿੱਚ ਲੜੀਵਾਰ ਲੇਖ ਲੜੀ ਪੜ੍ਹੀ ਸੀ ਜੀ। ਉਸ ਲੇਖ ਲੜੀ ਦੇ ਜ਼ਰੀਏ ਉਹਨਾਂ ਨੇ ਜਿਹੜੀ ਇੱਕ ਆਪਣਾ ਆਪ ਬੀਤੀ ਲਿਖੀ ਹੈ, ਸਾਹਿਤ ਦੇ ਬੀਜ, ਕਿ ਸਾਹਿਤ ਦੇ ਬੀਜ ਕਿੱਥੋਂ ਪੈਦਾ ਹੋਏ। ਅਤੇ ਉਹਨਾਂ ਨੇ ਵੀ ਇਹ ਜ਼ਿਕਰ ਕੀਤਾ ਕਿ ਛੋਟੇ ਹੁੰਦੇ ਜਦੋਂ ਦਮਦਮਾ ਸਾਹਿਬ ਦੇ ਮੇਲੇ 'ਤੇ ਜਾਂਦੇ ਹੁੰਦੇ ਸੀ ਵਿਸਾਖੀ ਦੇ ਵੇਲੇ, ਉਦੋਂ ਪਰਿਵਾਰਕ ਮੈਂਬਰ ਕਹਿੰਦੇ ਹੁੰਦੇ ਸੀਗੇ ਵੀ ਇੱਥੇ ਤੁਸੀਂ ਅੱਖਰ ਪਾਓ ਜੀ। ਇੱਥੇ ਤੁਹਾਨੂੰ ਪਤਾ ਦਮਦਮਾ ਸਾਹਿਬ ਦੇ ਵਿੱਚ ਅੱਖਰ ਪਵਾਏ ਜਾਂਦੇ ਹੈ ਜੀ। ਇੱਕ ਅੱਖਰ ਦੇ ਸਾਹਮਣੇ ਬਿਠਾ ਕੇ ਉਹ ਲਿਖਾਇਆ ਜਾਂਦਾ ਕਿ ਤੁਸੀਂ ਇੱਥੇ ਲਿਖੋ। ਔਰ ਮੈਂ ਉਹਨਾਂ ਨੂੰ ਦੇਖਦਾ ਸੀ ਅਤੇ ਉਸੇ ਸਮੇਂ ਦੇ ਦੌਰਾਨ ਹੀ ਮੇਰੇ ਧਿਆਨ ਦੇ ਵਿੱਚ ਆਇਆ ਕਿ ਹਰਸਿਮਰਤ ਕੌਰ ਬਾਦਲ ਜਿਹੜੀ ਬਹੁਤ ਵੱਡੇ ਪਰਿਵਾਰ ਦੀ ਮੈਂਬਰ ਹੈ, ਪਾਰਲੀਮੈਂਟ ਦੀ ਵੀ ਮੈਂਬਰ ਹੈ, ਕੇਂਦਰ ਦੇ ਵਿੱਚ ਵਜ਼ੀਰ ਵੀ ਰਹੀ ਹੈ, ਪਰਿਵਾਰ ਉਹਨਾਂ ਦਾ ਸੱਤਾ ਦੇ ਵਿੱਚ ਰਿਹਾ, ਆਪਣੇ ਬੱਚਿਆਂ ਨੂੰ ਉਹ ਵੀ ਇੱਥੇ ਅੱਖਰ ਲਿਖਣੇ ਲਈ ਲੈ ਕੇ ਆਏ ਸੀ ਕਿ ਲਿਖ ਕੇ ਦਿਖਾਓ, ਲਿਖੋ, ਤੁਸੀਂ ਇੱਥੇ ਸਾਰਾ ਕੁਛ ਕਰੋ ਜੀ। ਉਹ ਖਬਰਾਂ ਵੀ ਮੈਂ ਉਹਨਾਂ ਦਿਨਾਂ ਦੇ ਵਿੱਚ ਹੀ ਪੜ੍ਹੀਆਂ ਸੀ। ਔਰ ਜੇ ਆਪਾਂ ਦੇਖੀਏ ਦਮਦਮਾ ਸਾਹਿਬ 'ਚ ਜੋ ਵਿਦਿਅਕ ਪੱਖ ਤੋਂ ਲੰਬਾ ਸਮਾਂ ਇਗਨੋਰ ਕੀਤਾ ਗਿਆ, ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਕਾਲਜ ਬਣਾਇਆ, ਫਿਰ ਚਲੋ ਹੌਲੀ ਹੌਲੀ ਇੱਥੇ ਇੱਕ ਜਿਹੜਾ ਇੰਜੀਨੀਅਰਿੰਗ ਕਾਲਜ ਬਣਿਆ ਯੂਨੀਵਰਸਿਟੀ ਵੱਲੋਂ ਜੀ। ਉਹਦਾ ਵੀ ਜੇ ਆਪਾਂ ਕ੍ਰੈਡਿਟ ਦੇਖੀਏ ਤਾਂ ਉਹ ਸਰਦਾਰ SS ਬੋਪਾ ਰਾਏ ਨੂੰ ਜਾਂਦਾ ਹੈ ਜੀ। SS ਬੋਪਾ ਰਾਏ ਸਾਹਿਬ ਉਦੋਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹੁੰਦੇ ਸੀ ਅਤੇ ਉਹਨਾਂ ਨੇ ਯਾਦਵਿੰਦਰਾ ਇੰਜੀਨੀਅਰਿੰਗ ਕਾਲਜ ਜਿਹੜਾ ਬਣਾਇਆ ਸੀ ਅਤੇ ਇਹਦੇ ਵਾਸਤੇ ਇੱਕ ਨਿਵੇਕਲਾ ਤਜਰਬਾ ਕੀਤਾ ਸੀ। ਉਹ ਨਿਵੇਕਲਾ ਤਜਰਬਾ ਇਹ ਸੀ ਕਿ ਇਸ ਕਾਲਜ ਦੇ ਲਈ ਜਿਹੜੇ ਬੱਚੇ ਭਰਤੀ ਕਰਨੇ ਸੀਗੇ ਬਤੌਰ ਇੰਜੀਨੀਅਰ ਬਣਾਉਣ ਵਾਸਤੇ, ਉਹਨਾਂ ਨੂੰ ਐਜੂਕੇਸ਼ਨ ਦੇਣ ਵਾਸਤੇ, ਉਹ ਸ਼ਹਿਰੀ ਪਿਛੋਕੜ ਦੀ ਬਜਾਏ ਪੇਂਡੂ ਪਿਛੋਕੜ ਵਾਲੇ ਬੱਚੇ ਹੁੰਦੇ। ਔਰ ਜਦੋਂ 10ਵੀਂ ਪਾਸ ਕਰਦੇ, 10ਵੀਂ ਵਾਲੇ ਬੱਚਿਆਂ ਦੀ ਸ਼ਨਾਖਤ ਕਰਕੇ ਜਿਹੜੇ ਟੈਲੈਂਟਡ ਬੱਚੇ ਉਹਨਾਂ ਨੂੰ ਚੁੱਕਿਆ ਜਾਂਦਾ, ਉਹਨਾਂ ਨੂੰ ਚੁੱਕ ਕੇ ਲਿਆ ਕੇ 10ਵੀਂ ਤੋਂ ਬਾਅਦ +2 ਤੱਕ ਉਹਨਾਂ ਨੂੰ ਪੜ੍ਹਾਇਆ ਜਾਂਦਾ। ਅੰਗਰੇਜ਼ੀ ਦਾ ਉਹਨਾਂ ਨੂੰ ਜਿਹੜਾ ਹੈਗਾ ਗਿਆਨ ਦਿੱਤਾ ਜਾਂਦਾ ਜੀ। ਅੰਗਰੇਜ਼ੀ ਦੇ ਗਿਆਨ ਤੋਂ ਬਾਅਦ ਫਿਰ ਉਹਨਾਂ ਨੂੰ ਜਿਹੜਾ ਹੈਗਾ ਇੰਜੀਨੀਅਰਿੰਗ ਦੇ ਵਿੱਚ ਵੱਖ-ਵੱਖ ਜਿਹੜੀਆਂ ਹੈਗੀਆਂ ਟ੍ਰੇਡਾਂ ਉਹਦੇ ਵਿੱਚ ਪਾਇਆ ਜਾਂਦਾ। ਯਾਦਵਿੰਦਰਾ ਇੰਜੀਨੀਅਰਿੰਗ ਕਾਲਜ ਨੂੰ ਇਸੇ ਕਰਕੇ ਕਿਹਾ ਸੀ ਅਤੇ ਉਹਦੇ ਲਈ ਇਹ ਸੀ ਕਿ ਉਹਨਾਂ ਬੱਚਿਆਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ ਸੀ, ਉਹਨਾਂ ਤੋਂ ਕੋਈ ਹੋਸਟਲ ਦਾ ਖਰਚਾ ਨਹੀਂ ਲਿਆ ਜਾਂਦਾ ਸੀ, ਸਗੋਂ ਫੀਸਾਂ ਅਤੇ ਹੋਸਟਲ ਦੇ ਖਰਚਿਆਂ ਦਾ ਪ੍ਰਬੰਧ ਬੋਪਾ ਰਾਏ ਸਾਹਿਬ ਨੇ, ਜਿਹੜੇ ਵੱਡੇ ਵੱਡੇ ਸਾਡੇ ਲੋਕ ਬਾਹਰ ਬੈਠੇ ਆ, NRI ਭਰਾ ਬੈਠੇ ਹੈ, ਉਹਨਾਂ ਨੂੰ ਜਾ ਕੇ ਉਹਨਾਂ ਨੇ ਅਪਰੋਚ ਕੀਤਾ, ਉਹਨਾਂ ਨੂੰ ਕਿਹਾ ਕਿ 2-2 4-4 ਬੱਚੇ ਤੁਸੀਂ ਅਡੋਪਟ ਕਰੋ
ਜੀ ਆ ਵੱਡੇ ਵੱਡੇ ਸੰਤ ਮਹਾਤਮਾ ਹੈ ਜਿਹੜੇ ਹੈਗੇ ਇਹਨਾਂ ਕੋਲੇ ਗਏ, ਉਹਨਾਂ ਨੂੰ ਕਿਹਾ ਜਾ ਕੇ ਕਿ ਤੁਸੀਂ ਪੱਥਰਾਂ ਤੇ ਪੈਸੇ ਲਾਉਣ ਦੀ ਬਜਾਏ ਇਹਨਾਂ ਬੱਚਿਆਂ ਤੇ ਪੈਸੇ ਲਾਓ। ਜੀ ਉਹਨਾਂ ਨੇ ਕੀਤਾ ਸੀ, ਉਹ ਕਾਲਜ ਬਣਿਆ। ਹੁਣ ਆਪਾਂ ਦੇਖੀਏ ਤਾਂ 2 ਪ੍ਰਾਈਵੇਟ ਯੂਨੀਵਰਸਿਟੀਆਂ ਉੱਥੇ ਹੈਗੀਆਂ, ਗੁਰੂ ਕਾਸ਼ੀ ਯੂਨੀਵਰਸਿਟੀ ਵੀ ਹੈਗੀ ਹੈ, ਇੱਕ ਦੂਸਰੀ ਯੂਨੀਵਰਸਿਟੀ ਵੀ ਹੈਗੀ ਹੈ, ਜੀ ਮੇਰਾ ਖਿਆਲ ਹੈ ਉਹ ਇਹਨਾਂ ਨੇ ਬਣਾਈ ਵੀ ਹੈ, ਬੜੂ ਸਾਹਿਬ ਵਾਲਿਆਂ ਨੇ ਯੂਨੀਵਰਸਿਟੀ ਬਣਾਈ ਵੀ ਹੈ। ਜੀ ਉਹ ਯੂਨੀਵਰਸਿਟੀਆਂ ਹੈਗੀਆਂ, ਪਰ ਵੱਡੀ ਗੱਲ ਇੱਕ ਇਹ ਹੈ ਕਿ ਸੈਂਟਰਲ ਯੂਨੀਵਰਸਿਟੀ ਪੰਜਾਬ, ਜੀ ਸੈਂਟਰਲ ਯੂਨੀਵਰਸਿਟੀ ਪੰਜਾਬ ਮੇਰੀ ਸਮਝ ਮੁਤਾਬਕ ਉਹ ਦਮਦਮਾ ਸਾਹਿਬ ਬਣਨੀ ਚਾਹੀਦੀ ਸੀ। ਜੀ ਸੈਂਟਰ ਦੇ ਵਿੱਚ ਪੈਂਦਾ, ਇਤਿਹਾਸਕ ਜਗ੍ਹਾ ਸੀ, ਗੁਰੂ ਸਾਹਿਬ ਨੇ ਕਾਸ਼ੀ ਜੀ ਦਾ ਇਹਨੂੰ ਰੁਤਬਾ ਦਿੱਤਾ ਸੀ, ਜੀ ਲੇਕਿਨ ਉਹ ਉੱਥੇ ਨਹੀਂ ਬਣੀ। ਹਾਲਾਂਕਿ ਉਹ ਯੂਨੀਵਰਸਿਟੀ ਮੇਰੇ ਪਿੰਡ ਬਣ ਗਈ, ਜੀ ਜਿਹਦੇ ਵਿੱਚ ਮੇਰੀ ਜ਼ਮੀਨ ਵੀ ਆਈ ਹੈ, ਫਾਇਦਾ ਮੈਨੂੰ ਵੀ ਹੋਇਆ, ਪਰ ਮੈਂ ਸਿਧਾਂਤਕ ਤੌਰ ਤੇ ਉਹਦੇ ਨਾਲ ਸਹਿਮਤ ਨਹੀਂ। ਜੀ ਕਿਉਂਕਿ ਜੇ ਆਪਾਂ ਦੇਖੀਏ ਗੁਰੂਆਂ ਦੇ ਲਿਹਾਜ਼ ਦੇ ਨਾਲ ਤਾਂ ਦਮਦਮਾ ਸਾਹਿਬ ਬਹੁਤ ਵੱਡੀ ਚੀਜ਼ ਸੀ, ਬਹੁਤ ਵੱਡਾ ਜਗ੍ਹਾ ਸੀ, ਇੱਥੇ ਇਨਫਰਾਸਟ੍ਰਕਚਰ ਵੀ ਸੀ, ਜ਼ਮੀਨ ਜਾਇਦਾਦ ਵੀ ਬਹੁਤ ਪਈ ਸੀ। ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਭਾਵੇਂ ਜ਼ਮੀਨ ਲੈ ਲੈਂਦੀ, ਲੋਕਾਂ ਦੀ ਜ਼ਮੀਨ ਜਿਹੜੀ ਹੈ ਲੈਣ ਦੀ ਵੀ ਲੋੜ ਨਹੀਂ ਪੈਂਦੀ ਸੀ। ਜੀ ਪਰ ਕਿਉਂਕਿ ਉਦੋਂ ਬਾਦਲ ਸਾਹਿਬ ਚੀਫ ਮਿਨਿਸਟਰ ਸੀ ਤੇ ਬਾਦਲ ਸਾਹਿਬ ਨੂੰ ਇਸ ਗੱਲ ਦਾ ਪਤਾ ਸੀ ਕਿ ਜੇ ਟੈਕਨੀਕਲ ਯੂਨੀਵਰਸਿਟੀ ਜਾਂ ਉਦੋਂ ਇੰਜੀਨੀਅਰਿੰਗ ਕਾਲਜ ਹੁੰਦਾ ਸੀ, ਜਿਹੜੀ ਅੱਜ ਕੱਲ੍ਹ ਬਣੀ ਹੋਈ ਹੈ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ, ਇਹ ਬਿਲਕੁਲ ਜਿੱਥੋਂ ਬਾਦਲ ਰੋਡ ਸ਼ੁਰੂ ਹੁੰਦੀ ਹੈ ਜੀ ਉੱਥੇ ਬਣੀ ਹੋਈ ਹੈ। ਉਹ ਤੋਂ ਬਾਅਦ ਅੱਗੇ ਕਾਲ ਝਲਾਣੀ ਦੇ ਵਿੱਚ ਇੱਕ ਜਿਹੜਾ ਹੈਗਾ ਤੁਹਾਡਾ ਗੁਰੂ ਅੰਗਦ ਦੇਵ ਜਿਹੜੀ ਵੈਟਰਨਰੀ ਯੂਨੀਵਰਸਿਟੀ ਹੈ, ਜੀ ਉਹਨਾਂ ਨੇ ਇੱਕ ਆਪਣੀ ਸ਼ਾਖਾ ਖੋਲ੍ਹੀ ਹੋਈ ਹੈ ਜਿੱਥੇ ਵੈਟਰਨਰੀ ਜਿਹੜੇ ਫਾਰਮਾਸਿਸਟ ਹੈ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਉੱਥੇ ਬਣੀ ਹੋਈ ਹੈ। ਜੀ ਕਾਲ ਝਲਾਣੀ ਵੈਸੇ ਵੀ ਬਾਦਲ ਸਾਹਿਬ ਨੇ ਉਹਦਾ ਕਾਫੀ ਵਿਕਾਸ ਕਰਵਾਇਆ ਹੈ। ਕਨੈਕਟੀਵਿਟੀ ਬਾਦਲ ਦੀ ਬਠਿੰਡੇ ਦੇ ਨਾਲ ਹੋਈ, ਜੀ ਇਸ ਦੇ ਲਈ ਵਿਚਕਾਰ ਜੇ ਚਾਹੁੰਦੇ ਸੀ ਕਿ ਵਿਚਕਾਰ ਜੇ ਕੋਈ ਨਾ ਕੋਈ ਮਤਲਬ ਇਸ ਕਿਸਮ ਦਾ ਪ੍ਰੋਜੈਕਟ ਲਿਆਂਦਾ ਜਾਵੇ, ਤੇ ਕੇਂਦਰ ਦਾ ਜਿਹੜਾ ਹਜ਼ਾਰਾਂ ਕਰੋੜ ਰੁਪਏ ਦਾ ਪ੍ਰੋਜੈਕਟ ਸੀ ਇੱਕ ਦੇ ਲੈ ਕੇ ਗਏ, ਜੀ ਉਹਦੇ ਵਿੱਚ ਵੀ ਉਹਨੂੰ ਇਗਨੋਰ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰੀ ਜਦੋਂ ਮੁੱਖ ਮੰਤਰੀ ਬਣੇ ਹੈ, ਉਦੋਂ ਉਹਨਾਂ ਨੇ ਉਰੂਗੋਏ ਤੋਂ ਇੱਕ ਪ੍ਰੋਜੈਕਟ ਲਿਆਂਦਾ ਸੀਗਾ, ਪੀਣ ਵਾਲਾ ਪਾਣੀ ਹੈ ਜਿਹੜਾ ਉਹ ਲੋਕਾਂ ਨੂੰ ਪ੍ਰੋਵਾਈਡ ਕਰਵਾਉਣ ਵਾਸਤੇ। ਜੀ ਬੜਾ ਸਾਫ਼ ਸੁੰਦਰ ਪਾਣੀ ਸੀਗਾ। ਜਦੋਂ ਉਦਘਾਟਨ ਹੋਇਆ ਸੀ ਉਦੋਂ ਵੀ ਗਏ ਸੀ ਕਵਰੇਜ ਵਾਸਤੇ, ਉਦੋਂ ਵੀ ਦੇਖਿਆ ਸੀ। ਲੇਕਿਨ ਜੇ ਆਪਾਂ ਦੇਖੀਏ ਜਿੰਨਾ ਵਿਕਾਸ ਹੋਣਾ ਚਾਹੀਦਾ ਸੀ ਉਹਨਾਂ ਵਿਕਾਸ ਨਹੀਂ ਹੋਇਆ। ਜੀ ਬਾਬੇ ਨਾਨਕ ਦਾ 500 ਸਾਲਾ ਪ੍ਰਕਾਸ਼ 550 ਸਾਲਾ ਪ੍ਰਕਾਸ਼ ਉਤਸਵ ਆਇਆ, ਉਸ ਵੇਲੇ ਜਿਹੜਾ ਹੈਗਾ ਵਿਕਾਸ ਦੇ ਮਾਮਲੇ 'ਚ ਆਪਾਂ ਦੇਖੀਏ ਤਾਂ ਸੁਲਤਾਨਪੁਰ ਲੋਧੀ ਦਾ ਵਿਕਾਸ ਕਰਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਬੜੇ ਪ੍ਰੋਜੈਕਟ ਦਿੱਤੇ ਗਏ, ਮੇਰੇ ਖਿਆਲ ਇੰਪਰੂਵਮੈਂਟ ਟਰਸਟ ਵੀ ਉੱਥੇ ਬਣਾਇਆ ਹੋਇਆ ਹੈ ਜੀ ਕਿ ਉਸ ਇਲਾਕੇ ਦਾ ਕੋਈ ਵਿਕਾਸ ਹੋਵੇ। ਆ 1-2 ਦਿਨਾਂ ਦੇ ਵਿੱਚ ਹੋਰ ਵੀ ਖਬਰਾਂ ਆ ਰਹੀਆਂ ਕਿ ਇੰਪਰੂਵਮੈਂਟ ਟਰਸਟ ਕੁਝ ਬਣਾਏ ਤੇ ਕੁਝ ਬਣਾਏ ਜਾ ਰਹੇ ਹੈ। ਜੀ ਲੇਕਿਨ ਇਹ ਦਮਦਮਾ ਸਾਹਿਬ ਜਿਹੜਾ ਹੈਗਾ ਜੀ, ਦਮਦਮਾ ਸਾਹਿਬ ਇੱਕ ਤਾਂ ਇਤਿਹਾਸਕ ਪੱਖ ਤੋਂ ਬਹੁਤ ਅਹਿਮ ਹੈ, ਜੀ ਦੂਜਾ ਜੇ ਦੇਖੀਏ ਤਾਂ ਆਰਥਿਕ ਪੱਖ ਤੋਂ ਵੀ ਘੱਟ ਨਹੀਂ, ਜੀ ਕਿਉਂਕਿ ਗੁਰੂ ਗੋਬਿੰਦ ਸਿੰਘ ਜਿਹੜੀ ਹੈਗੀ ਹੈ ਰਿਫਾਈਨਰੀ, ਜੀ ਉਹ ਰਿਫਾਈਨਰੀ ਵੀ ਫੁੱਲੋ ਖਾਰੀ ਹੈ, ਉਹ ਵੀ ਦਮਦਮਾ ਸਾਹਿਬ ਦੇ ਏਰੀਏ ਦੇ ਵਿੱਚ ਹੀ ਪੈਂਦੀ ਹੈ। ਤੇ ਜੇ ਅਸੀਂ ਦੇਖੀਏ ਉੱਥੋਂ ਮਾਨਸਾ ਜ਼ਿਲ੍ਹਾ ਵੀ ਨਾਲ ਪੈਂਦਾ, ਥਰਮਲ ਪਲਾਂਟ ਵੀ ਨਾਲ ਆ ਗਿਆ। ਜੀ ਇਸ ਪਰ ਕਰਕੇ ਉਹਨੂੰ ਇੱਕ ਬਹੁਤ ਵੱਡੇ ਜਿਹੜੇ ਹੈਗੇ ਵਿਕਾਸ ਦੀ ਲੋੜ ਹੈ ਜੀ ਔਰ ਯੋਜਨਾਬੱਧ ਵਿਕਾਸ ਦੀ ਲੋੜ ਹੈ। ਉਹ ਵਿਕਾਸ ਜੇ ਆਪਾਂ ਵੱਖ-ਵੱਖ ਥਾਵਾਂ ਤੇ ਕਰੀਏ ਉਸ ਤਰ੍ਹਾਂ ਦਾ ਵਿਕਾਸ ਨਹੀਂ ਹੋਣਾ, ਕਿਉਂਕਿ ਉੱਥੇ ਅਕਮੋਡੇਸ਼ਨ ਦੀ ਵੀ ਲੋੜ ਹੋਣੀ ਹੈ, ਜੀ ਲੋਕਾਂ ਨੂੰ ਚੰਗੀਆਂ ਰਿਹਾਇਸ਼ਾਂ ਚਾਹੀਦੀਆਂ। ਜਿਹੜੇ ਲੋਕ ਇੱਥੇ ਆਪਣੀ ਤੁਹਾਡੀ ਰਿਫਾਈਨਰੀ ਦੇ ਲੋਕ ਹੈ, ਕੁਛ ਉੱਥੇ ਦੇ ਟਾਊਨਸ਼ਿਪ ਦੇ ਵਿੱਚ ਰਹਿੰਦੇ ਆ, ਜ਼ਿਆਦਾਤਰ ਲੋਕ ਜਿਹੜੇ ਹੈਗੇ ਆ ਕਿ ਬਠਿੰਡੇ ਕਿਰਾਏ ਤੇ ਰਹਿੰਦੇ। ਜੀ ਜੇ ਉਹਨਾਂ ਨੂੰ ਅਕਮੋਡੇਸ਼ਨ ਦਮਦਮਾ ਸਾਹਿਬ 'ਚ ਮਿਲ ਜੇ ਤਾਂ ਉਹ ਲੋਕ ਉੱਥੇ ਰਹਿ ਸਕਦੇ। ਜੀ ਫਿਰ ਤੁਸੀਂ ਨਾਲ ਹੀ ਦੇਖੋ ਤਿਉਣਾ ਪੁਜਾਰੀਆਂ ਜਿਹੜਾ ਹੈਗਾ ਬਣਿਆ ਹੋਇਆ ਨਵੋਦਿਆ ਸਕੂਲ ਹੈ, ਜੀ ਉਹਨਾਂ ਦਾ ਸਾਰਾ ਸਟਾਫ ਉੱਥੇ ਰਹਿੰਦਾ। ਹੋਰ ਜਿੰਨੀਆਂ ਬੈਂਕਾਂ ਵਗੈਰਾ ਬਹੁਤ ਸਾਰੇ ਜਿਹੜੇ ਹੈਗੇ ਮੁਲਾਜ਼ਮ ਇੱਥੇ ਰਹਿੰਦੇ ਆ ਕੇ। ਜੀ ਇੱਥੋਂ ਤੱਕ ਕਿ ਤੁਸੀਂ ਦੇਖੋ ਵਿਦੇਸ਼ੀ ਜਿਹੜੇ ਹੈਗੇ ਵਿਦਿਆਰਥੀ ਉਹ ਵੀ ਪੜ੍ਹਨ ਦੇ ਲਈ ਦਮਦਮਾ ਸਾਹਿਬ ਆਉਂਦੇ ਹੈ, ਜੀ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਉਹਨਾਂ 'ਚ ਪੜ੍ਹਨ ਵਾਸਤੇ ਆਉਂਦੇ ਹੈ। ਸਾਡੇ ਆਪਣੇ ਜਿਹੜੇ ਹੈਗੇ ਵੱਖ-ਵੱਖ ਸੂਬਿਆਂ 'ਚੋਂ ਆਉਂਦੇ ਹੈ। ਜਿਸ ਵੇਲੇ ਕਰੋਨਾ ਮਹਾਮਾਰੀ ਫੈਲੀ ਹੈ ਜਾਂ ਉਹ ਤੋਂ ਪਹਿਲਾਂ ਜਦੋਂ ਤੁਹਾਡੇ ਯਾਦ ਹੋਣਾ ਨਾਗਰਿਕਤਾ ਕਾਨੂੰਨ ਦੇ ਖਿਲਾਫ ਅੰਦੋਲਨ ਚੱਲਦਾ ਸੀ ਦਿੱਲੀ ਵਗੈਰਾ 'ਚ, ਜੀ ਔਰ ਉਦੋਂ ਕਸ਼ਮੀਰੀ ਬੱਚਿਆਂ ਨੂੰ ਟਾਰਗੇਟ ਕੀਤਾ ਜਾਂਦਾ ਸੀ। ਜੀ ਉਹਨਾਂ ਦਿਨਾਂ ਦੇ ਵਿੱਚ ਕੁਝ ਮਾਪੇ ਜਿਹੜੇ ਆ ਕਸ਼ਮੀਰ ਦੇ ਵਿੱਚੋਂ ਇੱਥੇ ਆਏ ਸੀ। ਇਸ ਇਲਾਕੇ ਦੇ ਵਿੱਚ ਵੀ ਕਸ਼ਮੀਰੀ ਬੱਚੇ ਬਹੁਤ ਹੈ। ਆ ਆਪਣੇ ਆਦੇਸ਼ ਮੈਡੀਕਲ ਯੂਨੀਵਰਸਿਟੀ ਇੱਥੇ ਵੀ ਹੈ, ਸੈਂਟਰਲ ਯੂਨੀਵਰਸਿਟੀ ਦੇ ਵਿੱਚ ਵੀ ਹੈਗੇ ਹੈ, ਜੀ ਗੁਰੂ ਕਾਸ਼ੀ ਯੂਨੀਵਰਸਿਟੀ 'ਚ ਵੀ ਹੈਗੇ ਹੈ, ਔਰ ਦੂਜੀ ਜਿਹੜੀ ਯੂਨੀਵਰਸਿਟੀ ਹੈ ਉਹਦੇ ਵਿੱਚ ਵੀ ਹੈਗੇ। ਸਾਰੇ ਥਾਵਾਂ 'ਤੇ ਹੈਗੇ ਬੱਚੇ। ਜੀ ਯਾਦਵਿੰਦਰਾ ਇੰਜੀਨੀਅਰਿੰਗ ਕਾਲਜ ਦੇ ਵਿੱਚ ਵੀ ਬੱਚੇ ਹੈਗੇ। ਉਹਨਾਂ ਦਿਨਾਂ ਦੇ ਵਿੱਚ ਜਦੋਂ ਉਹਨਾਂ ਦੇ ਮਾਪੇ ਆਏ ਸੀ ਸਾਨੂੰ ਉਦੋਂ ਪਤਾ ਲੱਗਿਆ ਸੀ ਕਿ ਇੱਥੇ ਉਹ ਬੱਚੇ ਹੈਗੇ। ਜੀ ਸੋ ਇਸ ਲਿਹਾਜ਼ ਨਾਲ ਇਹ ਆਪਾਂ ਦੇਖੀਏ ਤਾਂ ਇਹਦਾ ਇੱਕ ਸਰਬ ਪੱਖੀ ਵਿਕਾਸ ਕਰਵਾਉਣ ਵਾਸਤੇ ਚਲੋ ਜਿਹੜੀਆਂ ਇੱਥੇ ਸਨਅਤਾਂ ਲੱਗਣੀਆਂ ਨਾਲ ਉਹ ਤਾਂ ਵੱਡੀਆਂ ਗੱਲਾਂ ਹੈ, ਪਰ ਇਹਦੀ ਇੱਕ ਪਲੈਨਿੰਗ ਦੇ ਲਿਹਾਜ਼ ਦੇ ਨਾਲ ਇਹਨੂੰ ਇੱਕ ਵਧੀਆ ਸੁੰਦਰ ਸ਼ਹਿਰ ਬਣਾਉਣ ਵਾਸਤੇ, ਕਿਉਂਕਿ ਜਿਹੜੀਆਂ ਅਨਪਲਾਨਡ ਕਲੋਨੀਆਂ ਬਣ ਗਈਆਂ, ਅਨਪਲਾਨਡ ਜਿਹੜਾ ਉੱਥੇ ਜਿਹੜੀ ਉਸਾਰੀ ਹੋ ਰਹੀ ਹੈ, ਅਨਪਲਾਨਡ ਉਸਾਰੀ ਜਿਹੜੀ ਹੈਗੀ ਉਹਦੀ ਹਾਲਤ ਕੀ ਹੁੰਦੀ ਹੈ। ਹੁਣ ਮੇਰੇ ਯਾਦ ਹੈ ਕਿ 1970-71 ਦੇ ਵਿੱਚ ਮੈਂ ਬਠਿੰਡੇ ਆਉਣ ਲੱਗਿਆ ਸੀ। ਜੀ ਬਠਿੰਡੇ ਦੀ ਪ੍ਰੋਬਲਮ ਸੀਵਰੇਜ ਦੀ ਉਦੋਂ ਵੀ ਸੀ, ਜਿਹੜੀ ਪ੍ਰੋਬਲਮ ਉਦੋਂ ਸੀ ਉਹੀ ਪ੍ਰੋਬਲਮ ਅੱਜ ਹੈ। ਕਿਉਂ ਪ੍ਰੋਬਲਮ ਅੱਜ ਹੈ? ਕਿਉਂਕਿ ਜਿਹੜਾ ਇਹਦਾ ਵਿਕਾਸ ਜਿਹੜਾ ਇਸ ਕਿਸਮ ਦਾ ਹੋਇਆ, ਉੱਚਾ ਨੀਵਾਂ ਸ਼ਹਿਰ ਹੈ, ਕਿਤੋਂ ਉੱਚਾ ਕਿਤੋਂ ਨੀਵਾਂ ਹੈ। ਜਿਹੜੀਆਂ ਲਾਈਨਾਂ ਪੈਣੀਆਂ ਸੀਗੀਆਂ ਸੀਵਰੇਜ ਦੀਆਂ ਸਹੀ ਪੈਣੀਆਂ ਸੀ ਉਹ ਪਈਆਂ ਹੀ ਨਹੀਂ।
ਜੀ ਔਰ ਜਿੰਨਾ ਪੈਸਾ ਬਠਿੰਡੇ ਦੇ ਸੀਵਰੇਜ ਪ੍ਰੋਜੈਕਟ ਦੇ ਉੱਤੇ ਲੱਗ ਚੁੱਕਿਆ ਹੈ, ਤੇ ਮੇਰਾ ਖਿਆਲ ਇਹ ਹੈ ਕਿ ਜੇ ਉਹ ਸਾਰਾ ਪੈਸਾ ਆਪਾਂ ਇਕੱਠਾ ਕਰ ਲਈਏ ਤੇ ਸਾਰੇ ਸ਼ਹਿਰ ਨੂੰ ਢਾਹ ਕੇ ਦੁਬਾਰਾ ਬਣਾਉਣਾ ਹੁੰਦਾ ਤਾਂ ਉਦੋਂ ਵਧੀਆ ਸ਼ਹਿਰ ਬਣ ਜਾਂਦਾ। ਬਿਲਕੁਲ। ਇਸ ਕਰਕੇ ਇਹ ਜਿਹੜਾ ਦਮਦਮਾ ਸਾਹਿਬ ਹੈ, ਇੱਕ ਦਮਦਮਾ ਸਾਹਿਬ ਦੁਨੀਆ ਦੇ ਨਕਸ਼ੇ ਦਾ ਸ਼ਹਿਰ ਹੈ। ਇਹ ਸਿੱਖਾਂ ਦਾ ਤਖਤ ਹੈ। ਜੀ ਜੀ 5 ਤਖਤਾਂ ਦੇ ਵਿੱਚੋਂ ਇੱਕ ਤਖਤ ਹੈ। ਇੱਥੇ ਦੇਸ਼ ਵਿਦੇਸ਼ ਦੇ ਵਿੱਚੋਂ ਲੋਕ ਜਿਹੜੇ ਹੈਗੇ ਆ ਉਹ ਦਰਸ਼ਨ ਕਰਨ ਵਾਸਤੇ ਆਉਂਦੇ ਆ, ਸ਼ਰਧਾਲੂ ਆਉਂਦੇ ਆ ਦੂਰੋਂ। ਆਪਾਂ ਨੂੰ ਪਤਾ ਹੀ ਨਹੀਂ ਕਿੱਥੋਂ ਕਿੱਥੋਂ ਦੇ ਲੋਕ ਆਉਂਦੇ। ਜਦੋਂ ਉੱਥੇ ਜਾਂਦੇ ਆ ਗੁਰੂ ਘਰ, ਉਦੋਂ ਪਤਾ ਲੱਗਦਾ ਵੀ ਕਿੱਥੋਂ ਕਿੱਥੋਂ ਦੇ ਲੋਕ ਆਉਂਦੇ ਆ। ਉਹਨਾਂ ਦੇ ਰਹਿਣ ਲਈ ਇੱਕ ਵਧੀਆ ਇਨਫਰਾਸਟ੍ਰਕਚਰ ਹੋਣਾ ਚਾਹੀਦਾ, ਇੱਕ ਸੁੰਦਰਤਾ ਹੋਣੀ ਚਾਹੀਦੀ ਹੈ ਸ਼ਹਿਰ ਦੀ। ਜੀ ਡਾਕਟਰ ਮਨਮੋਹਨ ਸਿੰਘ ਦੇਸ਼ ਦੇ ਪ੍ਰਾਈਮ ਮਿਨਿਸਟਰ ਬਣੇ ਸੀ, ਉਹਨਾਂ ਨੇ ਉਸ ਵੇਲੇ ਜਿਹੜੀ ਹੈਗੀ ਹੈ ਹਜੂਰ ਸਾਹਿਬ ਦਾ ਜਿਹੜਾ ਵਿਕਾਸ ਕਰਵਾਇਆ ਸੀ, ਤੇ ਹੁਣ ਜਾ ਕੇ ਉੱਥੇ ਭੁੱਖ ਲੈਂਦੀ ਹੈ। ਜੀ ਇੱਕ ਤਾਂ ਤ੍ਰਿਪਤੀ ਹੁੰਦੀ ਹੈ ਥੋੜੀ ਧਾਰਮਿਕ ਥਾਂ ਤੇ, ਤੇ ਦੂਜੀ ਜਾ ਕੇ ਵੀ ਯਾਰ ਹਾਂ ਠੀਕ ਕੁਛ ਤਾਂ ਬਣਵਾਇਆ ਹੀ ਹੈ। ਜੀ ਮੌਕੇ ਕਦੇ ਕਦੇ ਮਿਲਦੀ ਹੁੰਦੀ ਹੈ। ਜੀ ਜਦੋਂ ਅਸੀਂ ਜ਼ਿਕਰ ਕਰਦੇ, ਮੈਂ ਕਈ ਵਾਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀਆਂ ਗੱਲਾਂ ਸੁਣੀਆਂ ਵੀ ਹੈ। ਕੈਪਟਨ ਅਮਰਿੰਦਰ ਸਿੰਘ ਹੋਰੀ ਦੱਸਦੇ ਹੁੰਦੇ ਆ ਕਿ ਉਹਨਾਂ ਦੇ ਵੱਡੇ ਵਡੇਰੇ ਜੀ ਰਾਜਸਥਾਨ ਤੋਂ ਉੱਠ ਕੇ ਆ ਕੇ ਪਹਿਲਾਂ ਕਿੱਥੇ ਬੈਠੇ ਸੀ। ਜੀ ਇਧਰ ਮਹਾਰਾਜ ਮਗਰੋਂ ਗਏ, ਪਹਿਲਾਂ ਤਲਵੰਡੀ ਸਾਬੋ ਦੇ ਇਲਾਕੇ ਦੇ ਵਿੱਚ ਹੀ ਆ ਕੇ ਬੈਠੇ ਸੀ। ਜੀ ਇੱਥੇ ਆ ਕੇ ਬੈਠੇ ਸੀ। ਉਹ ਲਾਉਂਦੇ ਹੁੰਦੇ ਆ ਚੌਧਰੀ ਰਾਮਾ ਤੇ ਚੌਧਰੀ ਤਲੋਕਾ। ਜੀ ਰਾਮੇ ਦੇ ਨਾਂ ਦੇ ਉੱਤੇ ਰਾਮਾ ਮੰਡੀ ਵੱਜੀ ਵੀ ਹੈ, ਜੀ ਤੇ ਤਲੋਕੇ ਵਾਲਾ ਪਿੰਡ ਹੈ ਜਿਹੜਾ ਪਰਲੇ ਪਾਸੇ, ਉਹ ਉਹਨਾਂ ਦੇ ਨਾਂ ਦੇ ਉੱਤੇ ਵੱਜਿਆ। ਉਹ ਤੋਂ ਬਾਅਦ ਉਹਨਾਂ ਨੇ ਅੰਮ੍ਰਿਤਪਾਨ ਕੀਤਾ ਤੇ ਫਿਰ ਉਹ ਸਿੱਖ ਬਣਦੇ ਹੈ। ਜੀ ਕੈਪਟਨ ਅਮਰਿੰਦਰ ਸਿੰਘ ਦੇ ਵੱਡੇ ਵਡੇਰਿਆਂ ਦੇ ਨੇ ਵੀ ਆ ਕੇ ਆਪਣੀ ਮੋਹੜੀ ਇੱਥੇ ਰੱਖੀ ਸੀ, ਸੋਟੀ ਆਪਣੀ ਇੱਥੇ ਰੱਖੀ ਸੀ। ਉਹ ਤੋਂ ਬਾਅਦ ਜੇ ਆਪਾਂ ਦੇਖੀਏ, ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜਾ ਅੱਜ ਮੁਕਾਮ ਹੈ, ਇਸ ਮੁਕਾਮ ਦੀ ਸ਼ੁਰੂਆਤ ਵੀ ਦਲਵੀਰ ਜੀ ਦਮਦਮਾ ਸਾਹਿਬ ਤੋਂ ਹੋਈ ਹੈ। ਜੀ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ 1980 ਦੇ ਵਿੱਚ ਉਹ ਪਾਰਲੀਮੈਂਟ ਦੇ ਮੈਂਬਰ ਬਣ ਗਏ ਸੀ। 84 'ਚ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ, ਇਹਨਾਂ ਨੇ ਅਸਤੀਫਾ ਦੇ ਦਿੱਤਾ ਸੀ। ਜੀ ਪਾਰਲੀਮੈਂਟ ਦੀ ਮੈਂਬਰੀ ਤੋਂ ਅਸਤੀਫਾ ਦੇਣ ਤੋਂ ਬਾਅਦ ਕਾਂਗਰਸ ਪਾਰਟੀ ਤੋਂ ਵੀ ਅਸਤੀਫਾ ਦਿੱਤਾ ਸੀ। ਜੀ ਬਾਅਦ ਵਿੱਚ ਇਹ ਅਕਾਲੀ ਦਲ ਜੁਆਇਨ ਕਰ ਗਏ ਸੀ। 1985 'ਚ ਜਦੋਂ ਬਰਨਾਲਾ ਗਵਰਨਮੈਂਟ ਬਣੀ ਹੈ, ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੀ ਟਿਕਟ ਦੇ ਉੱਤੇ ਦਮਦਮਾ ਸਾਹਿਬ ਤੋਂ ਚੋਣ ਲੜੀ ਸੀ, ਜੀ ਔਰ ਉੱਥੋਂ ਚੋਣ ਲੜ ਕੇ ਉਹ MLA ਬਣੇ। MLA ਬਣ ਕੇ ਉਹ ਬਰਨਾਲਾ ਸਾਹਿਬ ਦੀ ਮਿਨਿਸਟਰੀ ਦੇ ਵਿੱਚ ਖੇਤੀਬਾੜੀ ਮੰਤਰੀ ਬਣੇ। ਜੀ ਉਸ ਵੇਲੇ ਵੀ ਉਹਨਾਂ ਨੇ ਕੁਝ ਧਿਆਨ ਦਿੱਤਾ ਸੀ ਇਸ ਵੇਲੇ। ਤੇ ਇਸ ਵੇਲੇ ਦੇ ਜਿਹੜੇ ਸਭ ਤੋਂ ਵੱਡੇ ਆਪਾਂ ਕਹਿ ਸਕਦੇ ਹਾਂ, ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਵੀ ਵੱਡੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੈ, ਜੀ ਮਿਸਟਰ ਸੁਰੇਸ਼ ਕੁਮਾਰ। ਜੀ ਸੁਰੇਸ਼ ਕੁਮਾਰ ਦੀ ਜਿਹੜੀ ਹੈਗੀ ਹੈ ਰਾਜਨੀਤੀ, ਜਿਹੜੀ ਹੈ ਪ੍ਰਸ਼ਾਸਨਿਕ ਸੇਵਾ ਜਿਹੜੀ ਹੈ, ਉਹ ਵੀ ਦਮਦਮਾ ਸਾਹਿਬ ਤੋਂ ਸ਼ੁਰੂ ਹੋਈ ਹੈ। ਉਹ ਉਹਨਾਂ ਦਿਨਾਂ 'ਚ ਇੱਥੇ SDM ਹੁੰਦੇ ਸੀ। ਜੀ IAS ਕਰਨ ਤੋਂ ਬਾਅਦ ਬੰਦੇ ਨੂੰ ਪਹਿਲਾਂ ਜਿਹੜੀ ਹੈਗੀ ਹੈ ਟ੍ਰੇਨਿੰਗ ਕਰਨੀ ਪੈਂਦੀ ਹੈ, ਜੀ ਔਰ ਇਹ ਟ੍ਰੇਨਿੰਗ ਦੇ ਜਿਹੜਾ ਪਹਿਲੀ ਜਿਹੜੀ ਸਰਵਿਸ ਆ ਉਹ SDM ਦੀ ਹੁੰਦੀ ਹੈ। ਜੀ PCIS ਜਦੋਂ ਕਰਦੇ ਆ ਤੇ ਉਹ ਬਤੌਰ SDM ਇੱਥੇ ਹੁੰਦੀ ਸੀ। ਉਸ ਵੇਲੇ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਦਾ ਉਹਨਾਂ ਦੇ ਨਾਲ ਲਗਾਓ ਜਿਹੜਾ ਹੈਗਾ ਤੁਰਿਆ ਹੁੰਦਾ, ਤੇ ਉਹਨਾਂ ਦਾ ਆਪਸੀ ਪਿਆਰ ਬਣਿਆ ਹੋਇਆ ਉਹਨਾਂ ਦਾ। ਜੀ ਪ੍ਰਸ਼ਾਸਨ ਤਾਂ ਇਸ ਵੇਲੇ ਸਾਰਾ ਪੰਜਾਬ ਉਹ ਚਲਾਉਂਦੇ। ਜੀ ਮੈਨੂੰ ਇਹ ਸਮਝ ਨਹੀਂ ਆਉਂਦੀ, ਚਲੋ ਅਮਰਿੰਦਰ ਸਿੰਘ ਕੋਲ ਤਾਂ ਬਹੁਤ ਸਾਰਾ ਕੰਮ ਹੈ, ਘੱਟੋ ਘੱਟ ਸੁਰੇਸ਼ ਕੁਮਾਰ ਹੋਰਾਂ ਨੂੰ ਤਾਂ ਇਹ ਗੱਲ ਨੋਟ ਕਿ ਤੁਹਾਡੀ ਸਰਵਿਸ ਦੀ ਸ਼ੁਰੂਆਤ ਜਿੱਥੋਂ ਹੋਈ ਹੈ, ਜੀ ਅੱਜ ਗੁਰੂ ਦੀ ਕਿਰਪਾ ਨਾਲ ਤੁਹਾਡੇ ਕੋਲ ਬਹੁਤ ਕੁਛ ਹੈ। ਜੀ ਤੁਸੀਂ ਘੱਟੋ ਘੱਟ ਵੀ ਉਧਰ ਧਿਆਨ ਦਿਓ, ਔਰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ। ਮੈਂ ਤਾਂ ਅਗਲੀ ਵੀ ਗੱਲ ਕਹਿ ਦਿੰਦਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਜੇ ਉਹਨਾਂ ਨੂੰ ਰਾਜ ਭਾਗ ਮਿਲਿਆ ਹੋਇਆ, ਇੱਥੋਂ ਹੀ ਦਮਦਮਾ ਸਾਹਿਬ ਦੇ ਇਸ ਇਲਾਕੇ ਦੇ ਵਿੱਚੋਂ ਹੀ ਉਹਨਾਂ ਦੀ ਜਿਹੜੀ ਹੈਗੀ ਜੜ ਲੱਗੀ, ਤੇ ਮਹਾਰਾਜ ਗਏ, ਜੀ ਛੇਵੇਂ ਪਾਤਸ਼ਾਹ ਤੋਂ ਆਸ਼ੀਰਵਾਦ ਮਿਲਦਾ ਹੈ, ਜੀ ਤੇ ਫਿਰ ਜਾ ਕੇ ਕਿੱਥੇ ਦੀ ਕਿੱਥੇ ਜਾ ਕੇ ਉਹਨਾਂ ਦੀ ਰਿਆਸਤ ਬਣਦੀ ਹੈ। ਉਸ ਵੇਲੇ ਤੋਂ ਰਾਜ ਭਾਗ ਦੇ ਵਿੱਚ ਹੈ, ਭਾਵੇਂ ਮੁੱਖ ਮੰਤਰੀ ਰਹਿੰਦੇ ਆ ਨਹੀਂ ਰਹਿੰਦੇ, ਉਹ ਇੱਕ ਵੱਖਰੀਆਂ ਗੱਲਾਂ, ਵੱਡੇ ਲੋਕ ਆ, ਵੱਡੀ ਰਾਜ, ਪਰ ਦਮਦਮਾ ਸਾਹਿਬ ਦੇ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ। ਤੇ ਘੱਟੋ ਘੱਟ ਇਸ ਵੇਲੇ ਜਿਹੜਾ ਸਰਬਪੱਖੀ ਵਿਕਾਸ ਕਰਾਉਣ ਵਾਸਤੇ, ਖਾਸ ਕਰਕੇ ਜਿਹੜਾ ਹੈਗਾ ਇੱਕ ਯੋਜਨਾਬੱਧ ਜਿਹੜੀ ਪਲਾਨਿੰਗ ਦੇ ਨਾਲ ਸ਼ਹਿਰ ਦੀ ਉਸਾਰੀ ਹੋਵੇ। ਇਹ ਪਿੰਡ ਨਹੀਂ, ਇਹ ਸ਼ਹਿਰ ਬਣਨਾ ਹੈ, ਔਰ ਇੱਥੇ ਇੰਪਰੂਵਮੈਂਟ ਟਰਸਟ ਜਿਹੜਾ ਹੈਗਾ ਬਣਾ ਕੇ ਇਹਦਾ ਜਿਹੜਾ ਹੈਗਾ ਸਾਰਾ ਇਹਦਾ ਵਿਕਾਸ, ਜਿਹੜਾ ਸਰਬਪੱਖੀ ਵਿਕਾਸ, ਯੋਜਨਾਬੱਧ ਵਿਕਾਸ ਹੈ ਜਿਹੜਾ ਉਹ ਕਰਵਾਉਣ। ਮੇਰੇ ਖਿਆਲ ਮੁਤਾਬਕ ਇਹ ਇੱਕ ਉਹਨਾਂ ਦੀ ਸਮਝ ਲਓ ਕਿ ਅਕੀਦਤ ਜਿਹਨੂੰ ਅਸੀਂ ਕਹਿੰਦੇ ਹਾਂ, ਆਪਣੀ ਜਿਹੜੀ ਸ਼ਰਧਾ ਹੈ ਤਖਤ ਸਾਹਿਬ ਦੇ ਨਾਲ, ਇਹ ਸ਼ਰਧਾ ਦਾ ਵੀ ਹੋਊ, ਤੇ ਲੋੜ ਵੀ ਹੈ ਇਸ ਵੇਲੇ, ਵਕਤ ਦੀ ਲੋੜ ਵੀ ਹੈ ਕਿ ਇਸ ਇਲਾਕੇ ਦਾ ਵਿਕਾਸ ਹੋਣਾ ਚਾਹੀਦਾ, ਕਿਉਂਕਿ ਬਹੁਤ ਦੂਰ ਤੱਕ ਫੈਲਣਾ ਹੈ ਨਹੀਂ। ਤੇ ਜਿਹੜਾ ਬੇਲੋੜਾ ਜਿਹੜਾ ਆਪਣਾ ਅਨਪਲਾਨਡ ਵਿਕਾਸ ਹੋਣਾ ਹੈ, ਉਹ ਕਈ ਵਾਰੀ ਸਮੱਸਿਆਵਾਂ ਖੜੀਆਂ ਕਰ ਦਿੰਦਾ ਹੈ। ਜੀ ਬਿਲਕੁਲ। ਅਗਲੀ ਖਬਰ ਜਿਹੜੀ ਹੈ ਜੀ, ਉਹ ਭਾਰਤੀ ਨਿਆਂਪਾਲਿਕਾ ਦਾ ਸ਼ੇਰ RF ਨਰੀਮਨ ਸਾਹਿਬ ਰਿਟਾਇਰ ਹੋ ਗਏ ਜੀ, ਇਹਨਾਂ ਬਾਰੇ ਕੀ ਕਹਿਣਾ ਚਾਹੋ? ਦੇਖੋ, ਇਹਨੂੰ ਮੈਂ ਨਹੀਂ ਕਹਿ ਰਿਹਾ ਹੈ ਭਾਰਤੀ ਨਿਆਂਪਾਲਿਕਾ ਦਾ ਸ਼ੇਰ। ਉਹ ਜਦੋਂ ਕੱਲ੍ਹ ਰਿਟਾਇਰ ਹੋਏ ਹੈ, ਤੇ ਉਹਨਾਂ ਦੀ ਰਿਟਾਇਰਮੈਂਟ ਵੇਲੇ ਜਦੋਂ ਉਹਨਾਂ ਨੂੰ ਵਿਦਾ ਕੀਤਾ ਜਾ ਰਿਹਾ ਸੀ, ਵਿਦਾਇਗੀ ਭਾਸ਼ਣ ਦਿੱਤਾ ਸੀ, ਇਹ ਭਾਰਤੀ ਨਿਆਂਪਾਲਿਕਾ ਦੇ ਜਿਹੜੇ ਸਭ ਤੋਂ ਵੱਡੇ ਅਧਿਕਾਰੀ ਹੈ, ਚੀਫ ਜਸਟਿਸ ਆਫ ਇੰਡੀਆ ਜੀ ਜਸਟਿਸ NV ਰਮਨਾ ਸਾਹਿਬ ਜੀ। ਰਮਨਾ ਸਾਹਿਬ ਨੇ ਜਦੋਂ ਕੱਲ੍ਹ ਭਾਸ਼ਣ ਕੀਤਾ, ਉਹਨਾਂ ਨੇ ਕਿਹਾ ਸੀ ਜੀ ਕਿ ਭਾਰਤੀ ਨਿਆਂਪਾਲਿਕਾ ਇੱਕ ਜ਼ਬਰਦਸਤ ਸ਼ੇਰ ਤੋਂ ਵਾਂਝੀ ਹੋ ਗਈ ਹੈ ਜੀ, ਕਿਉਂਕਿ ਜਸਟਿਸ ਨਰੀਮਨ
ਬਹੁਤ ਜਿਹੜੇ ਹੈਗੇ ਪਹੁੰਚੇ ਹੋਏ ਜੱਜ ਸੀ ਜੀ ਔਰ ਇਹਨਾਂ ਨੇ ਆਪਣੀ ਸਰਵਿਸ ਦੀ ਸ਼ੁਰੂਆਤ ਜਿਹੜੀ ਹੈ 7 ਜੁਲਾਈ 2014 ਤੋਂ ਕੀਤੀ ਸੀ। ਜੀ 21 ਚੱਲਦਾ ਹੁਣ ਤੇ 7 ਸਾਲ ਇਹ ਭਾਰਤ ਦੀ ਨਿਆਂਪਾਲਿਕਾ ਦੇ ਵਿੱਚ ਰਹੇ ਹੈ ਔਰ ਭਾਰਤ ਦੇ ਵਿੱਚ ਹੁਣ ਤੱਕ ਸਿਰਫ 5 ਜੱਜ ਅਜਿਹੇ ਹੋਏ ਹੈ ਜੀ ਜਿਹੜੇ ਜੱਜ ਸਿੱਧੇ ਵਕੀਲ ਤੋਂ ਸੁਪਰੀਮ ਕੋਰਟ ਦੇ ਜੱਜ ਬਣੇ। ਜੀ ਨਾਰੀਮਨ ਸਾਹਿਬ ਉਹਨਾਂ ਦੇ ਵਿੱਚੋਂ ਇੱਕ ਸੀ। ਜੀ ਔਰ ਇਹ ਨਾਰੀਮਨ ਸਾਹਿਬ ਜੇ ਆਮ ਤੌਰ ਤੇ ਉੱਤੇ ਆਪਾਂ ਦੇਖੀਏ ਕਿ ਜਦੋਂ ਬੰਦਾ ਕੋਈ ਸੁਪਰੀਮ ਕੋਰਟ 'ਚ ਹਾਈ ਕੋਰਟ 'ਚ ਵਕੀਲ ਬਣਦਾ ਹੈ, ਜੀ ਵਕੀਲ ਬਣਨ ਤੋਂ ਬਾਅਦ ਜਦੋਂ ਉਹਨਾਂ ਨੇ ਜੱਜ ਬਣਨਾ ਹੁੰਦਾ ਹੈ ਤਾਂ ਜੱਜ ਬਣਨ ਦੇ ਲਈ ਇੱਕ ਕ੍ਰਾਈਟੇਰੀਆ ਜਿਹੜਾ ਹੈਗਾ ਉਹ ਹੁੰਦਾ ਹੈ ਕਿ ਬੰਦਾ ਸੀਨੀਅਰ ਐਡਵੋਕੇਟ ਹੋਵੇ। ਜੀ ਔਰ ਜਿਹੜੇ ਇਹ ਜੱਜ ਸਾਹਿਬ ਹੈਗੇ ਇਹਨਾਂ ਨੂੰ ਸੀਨੀਅਰ ਜੱਜ ਆਮ ਤੌਰ ਤੇ ਸੀਨੀਅਰ ਜੱਜ ਬਣਨ ਵਾਸਤੇ ਬੰਦੇ ਦੀ ਉਮਰ 45 ਸਾਲ ਹੁੰਦੀ ਸੀ ਪਹਿਲਾਂ। ਜੀ ਲੇਕਿਨ ਜਦੋਂ ਜਸਟਿਸ M.N. ਬੈਕਟਾਚਲਈਆ ਸੀਗੇ 1993 ਦੇ ਵਿੱਚ, ਜੀ ਉਹਨਾਂ ਨੇ ਮਤਲਬ ਜਿਹੜੀ ਸਿਫਾਰਿਸ਼ ਕੀਤੀ ਸੀ ਕਿ ਇਹਨਾਂ ਨੂੰ ਜੀ ਬਣਾਇਆ ਜਾਵੇ ਸੀਨੀਅਰ ਵਕੀਲ। ਜੀ ਔਰ 37 ਸਾਲ ਦੀ ਉਮਰ 'ਚ 8 ਸਾਲ ਪਹਿਲਾਂ ਜੀ 8 ਸਾਲ ਪਹਿਲਾਂ ਇਹ 37 ਸਾਲ ਦੀ ਉਮਰ ਦੇ ਵਿੱਚ ਜਿਹੜੇ ਹੈਗੇ ਆ ਸੀਨੀਅਰ ਵਕੀਲ ਬਣ ਗਏ ਸੀ। ਜੀ ਉਹ ਤੋਂ ਬਾਅਦ ਫਿਰ ਸਿੱਧੇ ਸੁਪਰੀਮ ਕੋਰਟ 'ਚ ਆਏ ਜੁਲਾਈ ਆਪਣੇ 14 'ਚ 7 ਜੁਲਾਈ 2014 ਤੋਂ ਤੇ ਫਿਰ ਲਗਾਤਾਰ ਇਹਨਾਂ ਨੇ ਆ ਕੇ ਜਿਹੜੀ ਹੈਗੀ ਹੈ ਇੱਥੇ ਆਪਣੀ ਸੇਵਾ ਨਿਭਾਈ। ਜੀ ਇਹਨਾਂ ਨੇ ਜਿਹੜੇ ਫੈਸਲੇ ਕੀਤੇ ਟੋਟਲ ਜੇ ਆਪਾਂ ਦੇਖੀਏ ਤੇ ਇਹਨਾਂ ਨੇ 13,500 ਕੇਸਾਂ ਦਾ ਜਿਹੜਾ ਨਿਪਟਾਰਾ ਕੀਤਾ ਹੈ, ਸੁਣਵਾਈ ਕੀਤੀ ਹੈ। ਲੇਕਿਨ ਜਿਹੜੇ ਇਹਨਾਂ ਨੇ ਬੜੇ ਅਹਿਮ ਫੈਸਲੇ ਕੀਤੇ ਹੈ ਉਹਦੇ ਵਿੱਚ ਜਿਹੜੀ ਹੈਗੀ ਹੈ ਇਹਨਾਂ ਨੇ ਜਿਹੜੀ ਪ੍ਰਾਈਵੇਸੀ ਹੈ, ਜੀ ਸਾਡਾ ਜਿਹੜਾ ਨਿੱਜੀ ਹੈ, ਨਿੱਜ ਹੈ ਸਾਡਾ, ਨਿੱਜ ਕੀ ਹੈ ਸਾਡਾ, ਸਾਡੇ ਨਿੱਜੀ ਜੀਵਨ ਦੇ ਵਿੱਚ ਕੋਈ ਝਾਕ ਨਾ ਸਕੇ। ਅੱਜ ਜੀ। ਪੈਗਾਸਸ ਜਸੂਸੀ ਦਾ ਰੌਲਾ ਪੈਂਦਾ ਹੈ, ਜੀ ਉਹਦੇ ਨਾਲ ਤੁਹਾਡੀ ਜਿਹੜੀ ਹੈਗੀ ਹੈ ਜਿਨ੍ਹਾਂ ਨੂੰ ਪੈਗਾਸਸ ਜਸੂਸੀ ਦੇ ਸਿਸਟਮ ਦੇ ਵਿੱਚ ਪਾ ਲੈਂਦੇ ਹੈ ਉਹ ਵਾਇਰਸ ਉਹਨਾਂ ਦੇ ਉਹਦੇ 'ਚ ਪੈ ਜਾਂਦਾ ਹੈ, ਨੈੱਟ ਦੇ ਵਿੱਚ, ਉਹਦੇ ਵਿੱਚ ਮੋਬਾਈਲ ਦੇ ਵਿੱਚ, ਉਹਦੀ ਸਾਰੀ ਜਸੂਸੀ ਲੈ ਸਕਦੀ ਹੈ। ਜੀ ਲੇਕਿਨ ਇੱਕ ਕੰਸਟੀਟਿਊਸ਼ਨਲ ਬੈਂਚ ਨੇ ਫੈਸਲਾ ਦਿੱਤਾ ਸੀ ਜਿਹਦੇ ਵਿੱਚ ਨਾਰੀਮਨ ਵੀ ਸੀ, ਸਾਹਿਬ ਵੀ ਸੀਗੇ। ਉਹਦੇ ਵਿੱਚ ਉਹਨਾਂ ਨੇ ਕੀ ਕਿਹਾ ਸੀ? ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਤੁਹਾਡਾ ਪ੍ਰਾਈਵੇਸੀ ਹੈ, ਜੀ ਪ੍ਰਾਈਵੇਸੀ ਨਾਗਰਿਕ ਦਾ ਫੰਡਾਮੈਂਟਲ ਰਾਈਟ ਹੈ। ਜੀ ਨਿੱਜਤਾ ਦਾ ਅਧਿਕਾਰ, ਜਿਹੜਾ ਨਿੱਜਤਾ ਜਿਹੜੀ ਹੈਗੀ ਹੈ ਇਹ ਉਹਦਾ ਬੁਨਿਆਦੀ ਅਧਿਕਾਰ ਹੈ। ਜੀ ਇਹਦੇ ਨਾਲ ਕਿਸੇ ਕਿਸਮ ਦੀ ਛੇੜਛਾੜ ਨਹੀਂ ਕੀਤੀ ਜਾ ਸਕਦੀ। ਕਿੰਨਾ ਵੱਡਾ ਫੈਸਲਾ ਹੈ, ਬਿਲਕੁਲ ਐਡਾ ਵੱਡਾ ਫੈਸਲਾ ਬਹੁਤ ਘੱਟ ਹੈ। ਇਸੇ ਤਰੀਕੇ ਕੇਰਲਾ ਦੇ ਵਿੱਚ ਇੱਕ ਮੰਦਿਰ ਆ ਸਬਰੀਮਲ। ਜੀ ਉਹ ਸਬਰੀਮਲ ਮੰਦਿਰ ਜਿਹੜਾ ਹੈਗਾ ਉੱਥੇ ਜਿਹੜੇ ਪੁਜਾਰੀ ਹੈ ਉਹਨਾਂ ਨੇ ਪੁਜਾਰੀਆਂ ਨੇ ਇੱਕ ਬੰਦਿਸ਼ ਲਾਈ ਹੋਈ ਹੈ ਜੀ ਕਿ 10 ਸਾਲ ਤੋਂ ਲੈ ਕੇ 50 ਸਾਲ ਤੱਕ ਦੇ ਜਿਹੜੀ ਫੀਮੇਲ ਸ਼ਰਧਾਲੂ ਹੈ, ਜੀ ਕੁੜੀਆਂ ਤੇ ਔਰਤਾਂ 10 ਸਾਲ ਦੀ ਉਮਰ ਤੋਂ ਲੈ ਕੇ ਜਿਹੜੀਆਂ ਹੈਗੀਆਂ 50 ਸਾਲ ਤੱਕ ਦੀਆਂ, ਉਹ ਉੱਥੇ ਨਹੀਂ ਜਾ ਸਕਣਗੀਆਂ। ਜੀ ਉਹਨਾਂ ਦਾ ਤਰਕ ਇਹ ਹੈ ਕਿ ਇਸ ਅਰਸੇ ਦੇ ਦੌਰਾਨ ਜਿਹੜੀ ਹੈਗੀ ਹੈ, ਜਿਹੜੀ ਇਹ ਉਮਰ ਹੈ, ਇਸ ਉਮਰ ਦੇ ਵਿੱਚ ਜਿਹੜਾ ਪੀਰੀਅਡ ਆਉਣੀ ਸ਼ੁਰੂ ਹੋ ਜਾਂਦੀ ਹੈ ਜੀ ਔਰ ਉਹਦੇ ਨਾਲ ਜਿਹੜੀ ਹੈ ਔਰਤ ਅਪਵਿੱਤਰ ਹੋ ਜਾਂਦੀ ਹੈ। ਜੀ ਬਾਬੇ ਨਾਨਕ ਨੇ ਔਰਤ ਨੂੰ ਕਿਹਾ ਸੋ ਕਿਉਂ ਮੰਦਾ ਆਖੀਏ ਜਿਤ ਜਮੇ ਰਜਾਨ, ਔਰਤ ਨੂੰ ਬਹੁਤ ਵੱਡਾ ਰੁਤਬਾ ਦਿੱਤਾ ਹੋਇਆ। ਜੀ ਔਰ ਇਹਦੇ ਤੇ ਜਦੋਂ ਇਹ ਮਾਮਲਾ ਇਹਨਾਂ ਦੇ ਬੈਂਚ ਦੇ ਸਾਹਮਣੇ ਆਇਆ ਸੀ ਤੇ ਜਸਟਿਸ ਨਾਰੀਮਨ ਉਸ ਬੈਂਚ ਦੇ ਮੈਂਬਰ ਸੀ ਜਿਸ ਵਿੱਚ ਨੇ ਕਿਹਾ ਸੀਗਾ ਕਿ ਬਿਲਕੁਲ ਲਿੰਗ ਦੇ ਆਧਾਰ ਦੇ ਉੱਤੇ ਕਿਸੇ ਨਾਲ ਕੋਈ ਵਿਤਕਰੇਬਾਜ਼ੀ ਨਹੀਂ ਹੋ ਸਕਦੀ। ਜੀ ਔਰਤਾਂ ਨੂੰ ਵੀ ਬਰਾਬਰ ਦਾ ਹੀ ਅਧਿਕਾਰ ਹੈ। 10 ਸਾਲ ਤੋਂ ਲੈ ਕੇ 50 ਸਾਲ ਦੀ ਉਮਰ ਵਾਲੀਆਂ ਔਰਤਾਂ ਮੰਦਿਰ 'ਚ ਜਾ ਸਕਦੀਆਂ। ਜੀ ਬਹੁਤ ਵੱਡੇ ਪੱਧਰ ਦੇ ਉੱਤੇ ਉਹਨਾਂ ਦਾ ਵਿਰੋਧ ਹੋਇਆ ਸੀ ਔਰ ਵਿਰੋਧ ਕਰਨ ਵਾਲਿਆਂ ਦੇ ਵਿੱਚ ਕੋਈ ਮਾੜੇ ਮੋਟੇ ਲੋਕ ਨਹੀਂ ਸੀ। ਜੀ ਵਿਰੋਧ ਕਰਨ ਵਾਲਿਆਂ ਦੇ ਵਿੱਚ RSS ਵੀ ਸੀ, ਭਾਰਤ ਸਰਕਾਰ ਵੀ ਸੀ। ਈਵਨ ਮਤਲਬ ਜਿਹੜੇ ਹੈਗੇ ਹੈ ਅਮਿਤ ਸ਼ਾਹ ਹੋਰੀ ਜਿਹੜੇ ਉਦੋਂ BJP ਦੇ ਪ੍ਰੈਜ਼ੀਡੈਂਟ ਹੁੰਦੇ ਸੀ, ਇਹਨਾਂ ਨੇ ਵੀ ਕਿਹਾ ਸੀਗਾ ਜੀ ਇਹ ਤਾਂ ਜਿਹੜੀ ਹੈ ਆਸਥਾ ਦਾ ਸਵਾਲ ਹੈ, ਇਸ ਕਿਸਮ ਦੇ ਫੈਸਲੇ ਨਹੀਂ ਹੋਣੇ ਚਾਹੀਦੇ। ਲੇਕਿਨ ਉਹਨਾਂ ਨੇ ਕਿਹਾ ਸੀ ਇਹ ਫੈਸਲਾ ਆਊਗਾ। ਜੀ ਇੱਕ ਹੋਰ ਆਪਣਾ ਇੰਫੋਰਮੇਸ਼ਨ ਟੈਕਨੋਲੋਜੀ ਐਕਟ ਹੈ, ਜੀ ਜਿਹਨੂੰ ਅਸੀਂ IT ਐਕਟ ਕਹਿੰਦੇ ਨੇ। ਜੀ IT ਐਕਟ ਦੇ ਵਿੱਚ ਇੱਕ ਬੜੀ ਖਤਰਨਾਕ ਧਾਰਾ ਹੁੰਦੀ ਸੀ 61A। ਜੀ 61A ਦੇ ਜ਼ਰੀਏ ਜੇ ਤੁਸੀਂ ਕੋਈ ਵੀ ਪੋਸਟ ਪਾ ਦਿਓ, ਫਰਜ਼ ਕਰੋ ਕੋਈ ਪੋਸਟ ਪਾਤੀ, ਮੈਨੂੰ ਉਹ ਪੋਸਟ ਇਹ ਲੱਗੇ ਕਿ ਮੇਰੇ ਖਿਲਾਫ ਹੈ, ਜੀ ਇਹ ਮੈਨੂੰ ਡੀਫੇਮ ਕਰਦੀ ਹੈ, ਜੀ ਮੈਂ ਤੁਹਾਡੇ ਖਿਲਾਫ ਕੇਸ ਰਜਿਸਟਰ ਕਰ ਸਕਦਾ ਸੀ ਤੇ ਧਾਰਾ 61 ਦੇ ਤਹਿਤ ਕੇਸ ਰਜਿਸਟਰ ਕਰਕੇ ਤੁਹਾਨੂੰ ਗ੍ਰਿਫਤਾਰ ਕਰ ਸਕਦੇ ਸੀ। ਜੀ ਲੇਕਿਨ ਇਹਨਾਂ ਨੇ ਨਾਰੀਮਨ ਸਾਹਿਬ ਹੋਰਾਂ ਦੇ ਬੈਂਚ ਨੇ ਉਹਦਾ ਫੈਸਲਾ ਕੀਤਾ ਸੀ ਕਿ ਧਾਰਾ 61A ਹੈ ਜਿਹੜੀ ਇਹ ਗੈਰ ਕਾਨੂੰਨੀ ਹੈ, ਜੀ ਕਿਉਂਕਿ ਭਾਰਤੀ ਵਿਧਾਨ ਲੋਕਾਂ ਨੂੰ ਬੋਲਣ ਦਾ ਅਧਿਕਾਰ ਦਿੰਦਾ ਹੈ, ਜੀ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਹੈ। ਜੀ ਇਸ ਲਈ ਜੇ ਤੁਸੀਂ ਇਸ ਕਿਸਮ ਦਾ ਕਾਨੂੰਨ ਬਣਾਉਣੇ ਹੋ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਉੱਤੇ ਇੱਕ ਕਿਸਮ ਦਾ ਹਮਲਾ ਹੈ। ਜੀ ਔਰ ਉਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜੀ ਹੈਗੀ ਧਾਰਾ 61A ਇਹ ਗੈਰ ਕਾਨੂੰਨੀ ਹੈ। ਅੱਜ ਵੀ ਆਪਾਂ ਦੇਖਦੇ ਹਾਂ ਵੀ ਕਈ ਵਾਰੀ ਜਦੋਂ 61A ਦੀ ਗੱਲ ਕਰਦੇ ਤੇ ਉਦੋਂ ਬੜਾ ਪਿੱਟਦੇ ਆ ਵੀ ਇਹ ਤਾਂ ਜੀ ਇਹ ਕਿਉਂ ਹਟਾਤੀ, ਜੀ ਜਿਨ੍ਹਾਂ ਲੋਕਾਂ ਨੇ ਮਾੜੇ ਕੰਮ ਕਰਨੇ ਹੁੰਦੇ ਹੈ। ਜੀ ਇਹਦੇ ਨਾਲ ਹੀ ਜੇ ਆਪਾਂ ਦੇਖੀਏ ਤਾਂ ਕੱਲ੍ਹ ਜਦੋਂ ਰਿਟਾਇਰ ਹੋਏ ਸੀ ਔਰ ਉਸ ਵੇਲੇ ਚੀਫ ਜਸਟਿਸ ਆਫ ਇੰਡੀਆ ਜਿਹੜੇ ਹੈ ਜੀ ਉਹ ਬੜੇ ਭਾਵੁਕ ਹੋ ਗਏ ਸੀ ਜੀ
ਤੇ ਭਾਵਕ ਹੋ ਕੇ ਮਤਲਬ ਇੱਕ ਕਿਸਮ ਦੀ ਉਹਨਾਂ ਦੀ ਜਿਹੜੀ ਹੈ ਆਵਾਜ਼ ਉਹ ਰੋਣ ਹਾਕੀ ਹੋ ਗਈ ਸੀ ਜੀ ਕਿ ਐਡਾ ਵਧੀਆ ਵਕੀਲ ਹੈ ਜਿਹੜਾ ਇਹ ਜਾ ਰਿਹਾ। ਤੇ ਉਹਨਾਂ ਨੇ ਨਾਲ ਇਹ ਵੀ ਗੱਲ ਕਹੀ ਸੀ ਕਿ ਅਸਲ ਦੇ ਵਿੱਚ ਜਿਹੜੇ ਵਕੀਲ ਨਹੀਂ ਜੱਜ, ਕਿ ਅਸਲ ਦੇ ਵਿੱਚ ਜਿਹੜੇ ਜੱਜ ਹੈ ਜਿਹੜੀ ਕਾਬਲੀਅਤ ਹੈ, ਕਾਬਲੀਅਤ ਦੇ ਉੱਤੇ ਉਮਰ ਦੀ ਹੱਦ ਜਿਹੜੀ ਹੈ ਇਹਦੇ ਬਾਰੇ ਵੀ ਸੋਚਣਾ ਪੈਣਾ ਜੀ ਕਿਉਂਕਿ ਉਹ ਅਜੇ ਤੱਕ ਬੜੇ ਐਕਟਿਵ ਹੈ, ਜੀ। ਅੱਜ ਵੀ ਬਹੁਤ ਵਧੀਆ ਕੰਮ ਕਰਦੇ, ਲੇਕਿਨ ਉਹਨਾਂ ਨੇ ਆਪਣੀ ਜਿਹੜੀ ਹੈਗੀ ਹੈ ਵਿਦਾਇਗੀ ਜਿਹੜਾ ਉਹਨਾਂ ਸੀ ਜਿਹੜਾ ਰਵਾਨਗੀ ਆ ਭਾਸ਼ਣ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਇੰਨਾ ਕੰਮ ਕਰਨਾ ਕਿ ਮੈਂ ਹੁਣ ਆਪਣੇ ਆਪ ਨੂੰ ਥੱਕਿਆ ਮਹਿਸੂਸ ਕਰਦਾ। ਲੇਕਿਨ ਕਦੇ ਉਹਨਾਂ ਨੇ ਜਦੋਂ ਕੋਰਟ ਦੇ ਵਿੱਚ ਹੁੰਦੇ ਸੀ ਸ਼ਿਕਨ ਨਹੀਂ ਹੋਣ ਦਿੱਤੇ ਸੀ। ਅੱਜ ਦੇ ਜ਼ਮਾਨੇ ਦੇ ਵਿੱਚ ਜਦੋਂ ਮਤਲਬ ਜੁਡੀਸ਼ਰੀ ਦੇ ਉੱਤੇ ਬਹੁਤ ਹਮਲੇ ਹੋ ਰਹੇ ਆ, ਚੁਫੇਰੋਂ ਹਮਲੇ ਹੋ ਰਹੇ ਹੈ, ਸਾਡੀਆਂ ਜਿਹੜੀਆਂ ਕੰਸਟੀਟਿਊਸ਼ਨਲ ਇੰਸਟੀਟਿਊਸ਼ਨਸ ਹੈ ਇਹਨਾਂ ਇੰਸਟੀਟਿਊਸ਼ਨਸ ਦੀ ਆਜ਼ਾਦੀ ਨੂੰ ਤੇ ਇਹਨਾਂ ਦੀ ਜਿਹੜੀ ਹੈਗੀ ਹੈ ਵਕਾਰ ਨੂੰ ਬਣਾ ਕੇ ਰੱਖਣ ਵਾਲੇ ਲੋਕਾਂ ਦੀ ਲੋੜ ਹੈ। ਸੋ ਇਹ ਜੱਜ ਨਾਰੀਮਨ ਸਾਹਿਬ ਜਿਹੜੇ ਹੈਗੇ ਇਹ ਇਸ ਜਿਹੜਾ ਜੁਡੀਸ਼ਰੀ ਦੇ ਵਕਾਰ ਨੂੰ ਬਣਾ ਕੇ ਰੱਖਣ ਵਾਲੇ ਸੀ, ਹੁਣ ਉਹ ਰਿਟਾਇਰ ਹੋ ਗਏ ਹੈ। ਵਾਕਈ ਚੀਫ ਜਸਟਿਸ ਆਫ ਇੰਡੀਆ ਨੇ ਜਿਹੜੀ ਗੱਲ ਕਹੀ ਹੈ ਰਮਣਾ ਸਾਹਿਬ ਨੇ ਕਿ ਭਾਰਤੀ ਨਿਆਂਪਾਲਿਕਾ ਦਾ ਇੱਕ ਸ਼ੇਰ ਹੈ ਜਿਹੜਾ ਉਹ ਰਿਟਾਇਰ ਹੋ ਗਿਆ। ਜੀ ਬਿਲਕੁਲ। ਰੁਖ ਕਰਦੇ ਹਾਂ ਸੰਸਦ ਦਾ। ਵਿਰੋਧੀ ਧਿਰ ਵੱਲੋਂ ਸੰਸਦ ਤੋਂ ਵਿਜੇ ਚੌਕ ਤੱਕ ਮਾਰਚ ਕੱਢਿਆ ਜਾਂਦਾ, ਢਿੱਲੋਂ ਸਾਹਿਬ ਇਹਦਾ ਕੀ ਕਹਿੰਦੇ? ਦੇਖੋ ਗੱਲ ਹੈ ਵੀ ਵਿਰੋਧੀ ਧਿਰ ਦਾ ਇੱਕ ਇਲਜ਼ਾਮ ਹੈ, ਵਿਰੋਧੀ ਧਿਰ ਦਾ ਇਹ ਕਹਿਣਾ ਹੈ ਕਿ ਸਾਨੂੰ ਜਿਹੜੀਆਂ ਲੋਕਾਂ ਨੇ ਵੋਟਾਂ ਪਾਈਆਂ, ਜੇ ਉਹਨਾਂ ਵੋਟਾਂ ਦੀ ਗਿਣਤੀ ਕਰੀਏ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਜਿਹੜੀਆਂ ਵੋਟਾਂ ਪਈਆਂ ਤੇ ਉਹ ਵੋਟਾਂ ਜਿਹੜੀਆਂ ਪਈਆਂ 60% ਹੋਈਆਂ, ਟੋਟਲ ਪੋਲ ਹੋਈਆਂ ਵੋਟਾਂ 'ਚੋਂ 60% ਵੋਟਾਂ ਵਿਰੋਧੀ ਧਿਰ ਨੂੰ ਪਈਆਂ ਜੀ। ਔਰ ਰੂਲਿੰਗ ਧਿਰ ਭਾਰਤੀ ਜਨਤਾ ਪਾਰਟੀ ਜਾਂ ਮੋਦੀ ਸਾਹਿਬ ਦੇ ਹੱਕ 'ਚ ਆਪਾਂ ਕਹਿ ਸਕਦੇ ਹਾਂ ਲਗਭਗ 40% ਵੋਟਾਂ ਪੈਂਦੀਆਂ ਜੀ। ਇਹਦਾ ਮਤਲਬ ਹੈ ਕਿ ਸਰਕਾਰ ਦੇ ਨਾਲੋਂ 1.5 ਗੁਣਾ ਜ਼ਿਆਦਾ ਵੋਟਾਂ ਉਹਨਾਂ ਨੂੰ ਪੈਂਦੀਆਂ ਜੀ। ਸਾਰੀ ਆਪੋਜੀਸ਼ਨ ਹੁਣ ਮੰਗ ਕਰ ਰਹੀ ਸੀ ਕਿ ਕਿਸਾਨੀ ਕਾਨੂੰਨਾਂ ਦੇ ਉੱਤੇ ਜਿਹੜਾ ਹੈਗਾ ਜੀ ਕੰਮ ਰੋਕ ਕੇ ਸਾਰੇ ਕੰਮ ਰੋਕ ਦਿੱਤੇ ਜਾਣ ਤੇ ਕਿਸਾਨੀ ਕਾਨੂੰਨਾਂ ਦੇ ਉੱਤੇ ਜਿਹੜੀ ਹੈਗੀ ਹੈ ਭਰਮੀ ਬਹਿਸ ਹੋਵੇ ਜੀ। ਅਸੀਂ ਇਹਦੇ ਤੇ ਗੱਲਬਾਤ ਕਰਨੀ ਤੇ ਸਾਨੂੰ ਮੌਕਾ ਦਿਓ ਜੀ। ਜਿਹੜੇ ਕਿਸਾਨੀ ਕਾਨੂੰਨ ਆ ਬਣਾਏ ਕੇਂਦਰ ਨੇ, ਜਦੋਂ ਇਹ ਕਾਨੂੰਨ ਬਣਾਏ ਸੀ ਉਦੋਂ ਵੀ ਇਹ ਕਾਨੂੰਨ ਹਿੱਕ ਦੇ ਜ਼ੋਰ ਨਾਲ ਪਾਸ ਕਰਵਾਏ ਜੀ। ਪਾਰਲੀਮੈਂਟ ਜਿਹੜੀ ਲੋਕ ਸਭਾ ਦੇ ਵਿੱਚ ਉਹਨਾਂ ਦੀ ਬਹੁਮਤ ਹੈ, ਉੱਥੇ ਉਹਨਾਂ ਨੇ ਕਹਿਤਾ ਜੀ ਪਾਸ, ਲੇਕਿਨ ਰਾਜ ਸਭਾ ਦੇ ਵਿੱਚ ਉਹਨਾਂ ਕੋਲ ਬਹੁਮਤ ਨਹੀਂ ਸੀ ਜੀ। ਰਾਜ ਸਭਾ ਦੇ ਵਿੱਚ ਕੁਝ ਮੈਂਬਰਾਂ ਨੂੰ ਸਸਪੈਂਡ ਕੀਤਾ ਗਿਆ। ਜੀ। ਇਹਦੇ ਬਾਵਜੂਦ ਵੀ ਕੱਲ੍ਹ ਵੀ ਆਪਾਂ ਜ਼ਿਕਰ ਕੀਤਾ ਸੀ, ਇਹਦੇ ਬਾਵਜੂਦ ਵੀ ਉਹ ਘੱਟ ਗਿਣਤੀ ਦੇ ਵਿੱਚ ਸੀ ਤੇ ਫਿਰ ਵੀ ਲਾਲਾ ਕਰਕੇ ਰੌਲਾ ਰੱਪਾ ਪਾ ਕੇ ਤੇ ਉਹ ਬਿੱਲ ਪਾਸ ਕਰਵਾ ਲਏ ਜੀ। ਇਸੇ ਤਰ੍ਹਾਂ ਪੈਗਾਸਸ ਜਸੂਸੀ ਦਾ ਮਾਮਲਾ ਹੈ, ਇਹ ਤੁਹਾਡਾ ਪ੍ਰਾਈਵੇਸੀ ਦਾ ਮਾਮਲਾ, ਇੱਕ ਫੰਡਾਮੈਂਟਲ ਰਾਈਟ ਆ ਲੋਕਾਂ ਦਾ, ਜੀ। ਇਹਦੀ ਉਲੰਘਣਾ ਹੋ ਰਹੀ ਹੈ। ਉਹ ਕਹਿੰਦੇ ਸੀ ਇਹ ਤੇ ਗੱਲ ਹੋ ਜੀ, ਉਹਦੇ ਤੇ ਵੀ ਨਹੀਂ ਹੋਈ। ਮਹਿੰਗਾਈ ਦੇ ਉੱਤੇ ਗੱਲ ਹੋਣੀ ਹੈ, ਇਹਦੇ ਤੇ ਵੀ ਨਹੀਂ ਹੋਈ। ਲੇਕਿਨ ਜਿਹੜੀ ਸਭ ਤੋਂ ਵੱਡੀ ਗੱਲ ਜਿਹਦੇ ਤੇ ਰੌਲਾ ਪਿਆ ਸੀ, ਉਹ ਰੌਲਾ ਪਿਆ ਜਿਹੜਾ ਹੈਗਾ ਪਰਸੋਂ ਤੇ ਕੱਲ੍ਹ ਜਿਹੜਾ ਰੌਲਾ ਪਿਆ ਸੀ, ਉਹ ਪਿਆ ਸੀ ਜਿਹੜਾ ਇੱਕ ਜਿਹੜਾ ਨੋਟਿਸ ਦਿੱਤਾ ਸੀਗਾ ਪ੍ਰਤਾਪ ਸਿੰਘ ਬਾਜਵਾ ਨੇ, ਜੈ ਰਾਮ ਰਮੇਸ਼ ਨੇ, ਕੁਝ ਹੋਰ MP ਨੇ ਜਿਹੜੇ ਰਾਜ ਸਭਾ ਦੇ ਮੈਂਬਰਾਂ ਨੇ ਕਿ ਜੀ ਆਹ ਕੰਮ ਰੋਕੋ, ਮਤਾ ਪੇਸ਼ ਕਰੋ, ਆਪਣਾ ਪ੍ਰਵਾਨ ਕਰੋ ਔਰ ਇਹਦੇ ਤੇ ਬਹਿਸ ਕੀਤੀ ਜਾਵੇ। ਉਹਦੇ ਤੇ ਜਦੋਂ ਬਹਿਸ ਨਹੀਂ ਹੋਈ ਤੇ ਉੱਥੇ ਰੌਲਾ ਰੱਪਾ ਪੈ ਗਿਆ ਜੀ। ਫਿਰ ਉਹ ਰੌਲਾ ਰੱਪਾ ਪੈਣ ਤੋਂ ਬਾਅਦ ਹੋਇਆ ਕਿ ਜਦੋਂ ਇਕੱਠੇ ਹੋ ਗਏ ਤੇ ਫਿਰ ਹਾਊਸ ਨੂੰ ਕੰਟਰੋਲ 'ਚ ਰੱਖਣ ਵਾਸਤੇ ਆਮ ਤੌਰ ਦੇ ਉੱਤੇ ਮਾਰਸ਼ਲਾਂ ਦੀ ਮਦਦ ਲਈ ਜਾਂਦੀ ਹੈ। ਮਾਰਸ਼ਲ ਕੀ ਹੁੰਦੇ ਆ? ਵੈਸੇ ਤਾਂ ਉਹ ਸਿਕਿਉਰਿਟੀ ਪਰਸਨਲ ਹੁੰਦੇ ਹੈ ਜੀ। ਜਦੋਂ ਕੋਈ ਜ਼ਿਆਦਾ ਰੌਲਾ ਰੱਪਾ ਪੈ ਜਾਂਦਾ ਉਦੋਂ ਜਿਹੜੇ ਸਪੀਕਰ ਸਾਹਿਬ ਜਾਂ ਚੇਅਰਪਰਸਨ ਹੈ ਜਾਂ ਉਪ ਚੇਅਰਮੈਨ ਹੈ ਉਹ ਕਹਿੰਦੇ ਜੀ ਇਹਨਾਂ ਨੂੰ ਕਾਬੂ ਕਰੋ, ਇਹਨਾਂ ਨੂੰ ਹਟਾਓ, ਤੇ ਮਾਰਸ਼ਲਾਂ ਨੇ ਉਹਨਾਂ ਦਾ ਮਾਨ ਸਤਿਕਾਰ ਕਾਇਮ ਰੱਖਣਾ ਹੁੰਦਾ। ਲੇਕਿਨ ਹੁਣ ਆਪੋਜੀਸ਼ਨ ਦਾ ਦੋਸ਼ ਇਹ ਹੈ ਕਿ ਜਦੋਂ ਇਹ ਰੌਲਾ ਰੱਪਾ ਪੈਂਦਾ ਸੀ ਆਪਣੇ ਹੱਕਾਂ ਦੀ ਉਹ ਗੱਲ ਕਰਦੇ ਸੀ ਕਿ ਸਾਡੀ ਸੁਣਵਾਈ ਕਿਉਂ ਨਹੀਂ ਹੁੰਦੀ ਜੀ। ਸਾਡੀ ਜਿਹੜੀ ਹੈਗੇ ਸਾਡਾ ਹੱਕ ਬਣਦਾ, ਸਾਡੇ ਹੱਕ ਦੇ ਮੁਤਾਬਕ ਸਾਨੂੰ ਬੋਲਣ ਕਿਉਂ ਨਹੀਂ ਦਿੱਤਾ ਜਾਂਦਾ, ਸਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਵਾ ਜੀ। ਜਦੋਂ ਗੱਲ ਕਰਦੇ ਸੀਗੇ ਤੇ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਸੀ, ਚੇਅਰ ਟਸ ਤੋਂ ਮਸ ਨਹੀਂ ਹੋ ਰਹੀ ਸੀ ਜੀ। ਤੇ ਫਿਰ ਹੋ ਗਿਆ ਵੀ ਇਹਨਾਂ ਨੂੰ ਚੁੱਪ ਕਰਾਓ ਤੇ ਉਸੇ ਵੇਲੇ ਉਹਨਾਂ ਨੇ ਮਾਰਸ਼ਲ ਬੁਲਾ ਲਏ। ਆਪੋਜੀਸ਼ਨ ਦਾ ਦੋਸ਼ ਹੈ ਕਿ ਮਾਰਸ਼ਲਾਂ ਦੇ ਰੂਪ ਦੇ ਵਿੱਚ ਬਾਹਰੀ ਬੰਦੇ ਆਏ ਸੀ ਜੀ। ਬਾਹਰੀ ਬੰਦੇ ਵੀ ਆਏ ਸੀ ਤੇ ਬਾਹਰੀ ਔਰਤਾਂ ਵੀ ਆਈਆਂ ਸੀ ਔਰ ਉਹਨਾਂ ਨੇ ਆ ਕੇ ਜਿਹੜੇ ਮੈਨ ਹੈਂਡਲਿੰਗ ਕੀਤੀ ਹੈ, ਧੂਗੜੀਸ ਕੀਤੀ ਹੈ ਮਾਣਯੋਗ ਮੈਂਬਰਾਂ ਦੀ। ਜਿਹੜੇ ਪਾਰਲੀਮੈਂਟ ਦੇ ਮੈਂਬਰ ਹੈ ਉਹ ਮਾਣਯੋਗ ਹੁੰਦੇ ਕਿ ਮਾਣਯੋਗ ਮੈਂਬਰਾਂ ਦੀ ਪਈ। ਵੱਡੀ ਗੱਲ ਇਹ ਹੈ ਕਿ ਇਹ ਇਲਜ਼ਾਮ ਵੀ ਆਇਆ ਕਿ ਔਰਤਾਂ ਦੇ ਨਾਲ ਵੀ ਬਦਸਲੂਕੀ ਕੀਤੀ ਹੈ ਜੀ। ਔਰਤਾਂ ਤੇ ਵੀ ਹੱਥ ਉਠਾਇਆ ਗਿਆ। ਹੋਰ ਚਲੋ ਆਪਣੀ ਬਾਕੀ ਸਾਰਿਆਂ ਨੂੰ ਛੱਡ ਦਈਏ, ਕਈ ਵਾਰੀ ਇਹ ਛੋਟੀ ਉਮਰ ਵਾਲੇ ਲੋਕ ਹੁੰਦੇ ਆ ਉਤੇਜਿਤ ਵੀ ਹੋ ਜਾਂਦੇ ਆ, ਲੇਕਿਨ ਜਿਹੜੇ ਸੰਜੀਦਾ ਸਿਆਸਤਦਾਨ ਭਾਰਤ ਦੇ ਜੀ, ਸੰਜੀਦਾ ਸਿਆਸਤਦਾਨਾਂ ਦੇ ਵਿੱਚ ਇਸ ਵੇਲੇ 2-3 ਬੰਦੇ ਜੀ। ਡਾਕਟਰ ਮਨਮੋਹਨ ਸਿੰਘ ਸੰਜੀਦਾ ਸਿਆਸਤਦਾਨਾਂ 'ਚ ਮੰਨੇ ਜਾਂਦੇ, ਮਿਸਟਰ ਪੀ ਚਿਦੰਬਰਮ ਸੰਜੀਦਾ ਸਿਆਸਤਦਾਨ ਮੰਨੇ ਜਾਂਦੇ ਆ, ਉਹ ਟੂ ਦੀ ਪੁਆਇੰਟ ਗੱਲ ਕਰਦੇ ਜੀ। ਜਾਂ ਜੇ ਪਾਰਲੀਮੈਂਟੇਰੀਅਨ ਕਹੀਏ ਆਪਾਂ, ਜਿਹੜੇ ਜਿਨ੍ਹਾਂ ਦਾ ਸਭ ਤੋਂ ਜ਼ਿਆਦਾ ਮੇਰਾ ਖਿਆਲ ਪਾਰਲੀਮੈਂਟਰੀ ਜੀਵਨ ਦਾ ਤਜਰਬਾ ਹੈ, ਉਹ ਹੈਗੇ ਆ ਮਿਸਟਰ ਸ਼ਰਦ ਪਵਾਰ ਜੀ। ਸ਼ਰਦ ਪਵਾਰ ਹੋਰਾਂ ਦਾ 55 ਸਾਲ ਦਾ ਰਾਜਸੀ ਜੀਵਨ ਹੈ, ਲੋਕ ਸਭਾ ਰਾਜ ਸਭਾ ਦਾ ਜੀ। ਔਰ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ 55 ਸਾਲ ਦੀ ਉਮਰ ਦੇ ਵਿੱਚ 55 ਸਾਲ ਦੇ ਮੈਂ ਆਪਣੇ ਜਿਹੜੇ ਇਹ ਪਾਰਲੀਮੈਂਟਰੀ ਜੀਵਨ ਹੈ
ਇਸ ਜੀਵਨ ਦੇ ਵਿੱਚ ਪਹਿਲਾਂ ਮੈਂ ਕਦੇ ਅਜਿਹਾ ਨਹੀਂ ਦੇਖਿਆ ਕਿ ਔਰਤਾਂ ਤੇ ਹੱਥ ਉਠਾਇਆ ਜਾਵੇ। ਜੀ ਇਸ ਮੁੱਦੇ ਨੂੰ ਲੈ ਕੇ ਫਿਰ ਕੱਲ੍ਹ ਜਿਹੜੀ ਹੈਗੀ ਹੈ ਪਾਰਲੀਮੈਂਟ ਦੇ ਵਿੱਚ ਪਹਿਲਾਂ ਜਿਹੜੇ ਮੱਲਕਾਰਜੁਨ ਖੜਗੇ ਹੈ ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ, ਉਹਨਾਂ ਦੇ ਚੈਂਬਰ ਦੇ ਵਿੱਚ 15 ਪਾਰਟੀਆਂ ਇਕੱਠੀਆਂ ਹੁੰਦੀਆਂ ਜੀ 15 ਪਾਰਟੀਆਂ ਦੇ ਲੀਡਰਾਂ ਨੇ ਉੱਥੇ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਵੀ ਸਾਨੂੰ ਕੀ ਕਰਨਾ ਚਾਹੀਦਾ, ਲੜਾਈ ਲੜਨੀ ਚਾਹੀਦੀ ਹੈ। ਉਹਨਾਂ ਨੇ ਉੱਥੇ ਉਹਦੀ ਬਿਉਂਤਬੰਦੀ ਕੀਤੀ। ਉਹਦੇ 'ਚ ਫਿਰ ਉਹਨਾਂ ਨੇ ਕਿਹਾ ਕਿ ਸਾਨੂੰ ਪ੍ਰੋਟੈਸਟ ਕਰਨਾ ਚਾਹੀਦਾ ਹੈ। ਜੀ ਸੰਸਦ ਭਵਨ ਦੇ ਵਿੱਚੋਂ ਨਿਕਲਣਾ ਤੇ ਕਿੱਥੋਂ ਤੱਕ ਜਾਣਾ, ਵਿਜੇ ਚੌਕ ਤੱਕ। ਜੀ ਘੱਟੋ ਘੱਟ ਜਿਹੜਾ ਮੀਡੀਆ ਦੀ ਅਟੈਂਸ਼ਨ ਆਵੇ, ਇਹ ਪਤਾ ਲੱਗੇ ਕਿ ਜਿਹੜੀ ਹੈਗੀ ਆਪੋਜੀਸ਼ਨ ਉਹ ਇਕਮੁੱਠ ਵੀ ਹੈ ਤੇ ਆਪੋਜੀਸ਼ਨ ਜਿਹੜੀ ਹੈਗੀ ਸਰਕਾਰ ਦੀ ਇਸ ਤਾਨਾਸ਼ਾਹੀ ਜਿਹੜੀ ਕਾਰਵਾਈ ਹੈ ਉਹਦਾ ਵਿਰੋਧ ਕਰਦੀ ਹੈ। ਜੀ ਲੇਕਿਨ ਦੋ ਪਾਰਟੀਆਂ ਦੇ ਵਿੱਚ ਨਹੀਂ ਆਈਆਂ। ਇੱਕ ਤਾਂ ਬਹੁਜਨ ਸਮਾਜ ਪਾਰਟੀ ਨਹੀਂ ਆਈ, ਵਿਰੋਧੀ ਜੀ। ਧਿਰ ਦੇ ਵਿੱਚ ਹੈ। ਦੂਸਰੀ ਆਮ ਆਦਮੀ ਪਾਰਟੀ ਵੀ ਨਹੀਂ ਆਈ। ਆਮ ਤੌਰ ਦੇ ਉੱਤੇ ਦੇਖੀਏ ਆਪਾਂ ਤਾਂ ਆਮ ਆਦਮੀ ਪਾਰਟੀ ਵੱਲੋਂ ਮਿਸਟਰ ਸੰਜੇ ਸਿੰਘ ਉਹ ਸਰਕਾਰ ਦੀਆਂ ਜਿਹੜੀਆਂ ਲੋਕ ਵਿਰੋਧੀ ਨੀਤੀਆਂ ਉਹਦੇ ਖਿਲਾਫ ਉਹ ਬੋਲਦੇ ਵੀ ਹੈ ਤੇ ਉਹ ਭੁਗਤਦੇ ਵੀ ਹੁੰਦੇ। ਜੀ ਆਪੋਜੀਸ਼ਨ ਦੇ ਨਾਲ ਉਹ ਕਈ ਵਾਰੀ ਜਿਹੜੀ ਹੈ ਕੋਆਰਡੀਨੇਟ ਕਰਕੇ ਵੀ ਚੱਲਦੀ ਹੈ। ਜੀ ਲੇਕਿਨ ਕੱਲ੍ਹ ਉਹ ਦੋਨੇ ਪਾਰਟੀਆਂ ਨਹੀਂ ਸੀ ਆਈਆਂ। ਆਪਾਂ ਮੰਨ ਸਕਦੇ ਹਾਂ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਟੱਕਰ ਸਿੱਧੀ ਕਾਂਗਰਸ ਨਾਲ ਹੋਣੀ ਹੈ। ਜੀ ਇਸ ਲਈ ਉਹ ਸ਼ਾਇਦ ਕਾਂਗਰਸ ਦੇ ਨਾਲ ਨਾ ਹੋਣਾ ਚਾਹੀਦਾ, ਪਰ ਕਾਂਗਰਸ ਤੋਂ ਇਲਾਵਾ ਕੁਝ ਹੋਰ ਪਾਰਟੀਆਂ ਵੀ ਹੈ। ਜੀ ਜੇ ਹੁਣ ਅਸੀਂ ਦੇਖੀਏ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੀ ਸਰਕਾਰ ਹੈ। ਖੱਬੇ ਪੱਖੀਆਂ ਦੇ ਨਾਲ ਮਮਤਾ ਬੈਨਰਜੀ ਦਾ ਇੱਟ ਕੁੱਤੇ ਵਾਲਾ ਵੈਰ ਹੈ। ਜੀ ਖੱਬੇ ਪੱਖੀਆਂ ਦੇ ਨਾਲ ਮਤਲਬ ਜਿਹੜੀ ਹੈਗੀ ਉਹਨੇ ਉਹਨਾਂ ਤੋਂ ਹਕੂਮਤ ਖੋਹੀ ਹੈ। ਔਰ ਇਹ ਵੀ ਮੇਰੇ ਚੰਗੀ ਤਰ੍ਹਾਂ ਯਾਦ ਹੈ ਕਿ ਜਿਹੜਾ ਰਾਈਟਰਸ ਬਿਲਡਿੰਗ ਹੈ, ਜੀ ਜਿਹੜਾ ਸੈਕਟਰੀਏਟ ਹੈ, ਇੱਕ ਵਾਰੀ ਬੀਬੀ ਮਮਤਾ ਬੈਨਰਜੀ ਉੱਥੇ ਪ੍ਰੋਟੈਸਟ ਲੈ ਕੇ ਗਈ ਸੀ, ਕਿਸੇ ਦੀ ਕੰਪਲੇਂਟ ਲੈ ਕੇ ਗਈ ਸੀ ਕੁਛ, ਤੇ ਉੱਥੇ ਉਹਦੇ ਨਾਲ ਬਦਸਲੂਕੀ ਹੋਈ ਸੀ, ਉਹਦੇ ਨਾਲ ਮੈਨ ਹੈਂਡਲਿੰਗ ਹੋਈ ਸੀ ਤੇ ਉਹਨੇ ਫੈਸਲਾ ਕਰ ਲਿਆ ਸੀ ਕਿ ਮੁੜ ਕੇ ਮੈਂ ਇੱਥੇ ਨਹੀਂ ਆਊਂਗੀ ਤੇ ਉਦੋਂ ਹੀ ਆਊਂਗੀ ਜਦੋਂ ਮੈਂ ਮੁੱਖ ਮੰਤਰੀ ਬਣੀ, ਤੇ ਮੁੱਖ ਮੰਤਰੀ ਬਣ ਕੇ ਹੀ ਉਹ ਗਈ ਸੀ। ਉਦੋਂ ਜਿਹੜਾ ਦੌਰ ਸੀ ਉਹ ਦੌਰ ਸੀ ਖੱਬੇ ਪੱਖੀਆਂ ਦਾ। ਜੀ ਖੱਬੇ ਪੱਖੀਆਂ ਦੀ ਉਦੋਂ ਉੱਥੇ ਹਕੂਮਤ ਸੀ, ਸੀਪੀਐਮ ਵਾਲਿਆਂ ਦੀ। ਸੀਪੀਐਮ ਵਾਲਿਆਂ ਨੇ ਬਦਸਲੂਕੀ ਕੀਤੀ ਸੀ। ਲੇਕਿਨ ਕੱਲ੍ਹ ਵਾਲੇ ਮਾਮਲੇ 'ਚ ਜੇ ਇੱਕ ਪਾਸੇ ਬੀਬੀ ਮਮਤਾ ਬੈਨਰਜੀ ਦੀ ਪਾਰਟੀ ਹੈ ਤਾਂ ਦੂਜੇ ਪਾਸੇ ਖੱਬੇ ਪੱਖੀ ਵੀ ਨਾਲ ਸੀਗੇ। ਜੀ ਇਸ ਕਰਕੇ ਜੇ ਖੱਬੇ ਪੱਖੀ ਨਾਲ ਜਾ ਸਕਦੇ ਆ, ਇਲੈਕਸ਼ਨ ਲੜਨੀ ਤੁਸੀਂ ਪੰਜਾਬ 'ਚ ਲੜ ਲਿਓ, ਪਰ ਕੱਲ੍ਹ ਜਾਣਾ ਚਾਹੀਦਾ ਸੀ, ਚਾਹੇ ਭਗਵੰਤ ਸਿੰਘ ਮਾਨ ਜਾਂਦੇ ਜਾਂ ਸੰਜੇ ਸਿੰਘ ਜਾਂਦੇ। ਜਿੱਥੋਂ ਤੱਕ ਬੀਬੀ ਮਾਇਆਵਤੀ ਦਾ ਸੰਬੰਧ ਹੈ, ਉਹ ਬਹੁਜਨ ਸਮਾਜ ਪਾਰਟੀ ਦੀ ਲੀਡਰ ਹੈ। ਮਾਇਆਵਤੀ ਦੇ ਕਈ ਮਤਲਬ ਜਿਹੜੇ ਕਿਸੇ ਕਹਾਣੀਆਂ ਤੁਰੇ ਆਉਂਦੇ ਹੈ, ਉਹਨਾਂ ਦੇ ਖਿਲਾਫ ਕਈ ਇਨਕੁਆਇਰੀਆਂ ਵਗੈਰਾ ਚੱਲਦੀਆਂ। ਉੱਥੇ CBI ਵਾਲੀਆਂ ਫਾਈਲਾਂ ਜੀਆਂ ਤੋਂ ਮਿੱਟੀ ਝਾੜ ਲੈਂਦੇ ਹੈ ਜਦੋਂ ਕੋਈ ਐਸੀ ਗੱਲ ਹੁੰਦੀ ਹੈ। ਤੇ ਉਹਨਾਂ ਨੇ ਮਤਲਬ ਮੇਰਾ ਖਿਆਲ ਵੀ ਇਹ ਪ੍ਰੈਸ਼ਰ ਦੀ ਵਜ੍ਹਾ ਕਾਰਨ, ਕੇਂਦਰ ਦੇ ਪ੍ਰੈਸ਼ਰ ਦੀ ਵਜ੍ਹਾ ਕਾਰਨ ਉਹ ਉੱਥੇ ਨਹੀਂ ਆਏ। ਪਰ ਜਿਹੜਾ ਕੱਲ੍ਹ ਉਹਨਾਂ ਨੇ ਪ੍ਰੋਟੈਸਟ ਕੀਤਾ, ਉਸ ਪ੍ਰੋਟੈਸਟ ਨੂੰ ਅੱਜ ਦੀਆਂ ਅਖਬਾਰਾਂ ਦੇ ਵਿੱਚ ਚੰਗੀ ਥਾਂ ਮਿਲੀ ਵੀ ਹੈ। ਜੀ ਔਰ ਇਹਦੇ ਨਾਲ ਹੀ ਫਿਰ ਅਗਲੀ ਗੱਲ ਜਿਹੜੀ ਹੋ ਗਈ ਹੈ ਕਿ ਆਪੋਜੀਸ਼ਨ ਅੱਗੇ ਕੀ ਕਰਦੀ। ਜੀ ਇਹਦੇ ਲਈ ਵੀ ਸੋਨੀਆ ਗਾਂਧੀ ਨੇ 20 ਅਗਸਤ ਦੀ ਇੱਕ ਜਿਹੜੀ ਹੈਗੀ ਆਨਲਾਈਨ ਮੀਟਿੰਗ ਬੁਲਾ ਲਈ ਹੈ ਆਪੋਜੀਸ਼ਨ ਦੇ ਲੀਡਰਾਂ ਦੀ। ਜੀ ਔਰ ਉਹਨਾਂ ਨਾਲ ਪਹਿਲਾਂ ਆਨਲਾਈਨ ਮੀਟਿੰਗ ਹੋਣੀ ਹੈ, ਫਿਰ ਰਾਤ ਨੂੰ ਡਿਨਰ ਹੋਣੇ। ਜੀ ਫਿਰ ਉਹਨਾਂ ਨੇ ਡਿਨਰ ਦੇ ਉੱਤੇ ਇਕੱਠੇ ਹੋਣਾ ਤੇ ਡਿਨਰ ਦੇ ਉੱਤੇ ਇਕੱਠੇ ਹੋ ਕੇ ਬਿਉਂਤਬੰਦੀ, ਮਤਲਬ ਕਿਉਂਕਿ ਹੁਣ 2024 ਵੀ ਨੇੜੇ ਆ ਗਿਆ। ਜੀ ਪਰ ਸਰਕਾਰ ਦਾ ਜਿਹੜਾ ਨਜ਼ਰੀਆ ਇਹਨਾਂ ਦਾ ਡਿਕਟੇਟਰਸ਼ਿਪ ਵਾਲੇ ਪਾਸੇ ਨੂੰ ਚੱਲ ਰਿਹਾ ਹੈ, ਜੀ ਉਹਦਾ ਮੁਕਾਬਲਾ ਜੇ ਸਮੁੱਚੀ ਆਪੋਜੀਸ਼ਨ ਇਕੱਠੀ ਹੋਵੇ ਤਾਂ ਹੀ ਹੋ ਸਕਦਾ ਹੈ। ਜੀ ਖੈਰ ਮੈਂ ਕਹੂੰਗਾ ਸ਼ੁਭ ਸ਼ਗਨ ਹੈ ਇਹ ਕਿ ਇਸ ਪਾਰਲੀਮੈਂਟ ਦੇ ਸੈਸ਼ਨ ਦੇ ਦੌਰਾਨ ਜਿਹੜਾ ਸੈਸ਼ਨ ਲੰਘ ਗਿਆ, ਕਿਉਂਕਿ 2 ਦਿਨ ਪਹਿਲਾਂ ਕਰਤਾ ਸੀ ਲੋਕ ਸਭਾ ਨੂੰ ਮੁਲਤਵੀ ਕਰਤਾ ਸੀ ਅਣਮਿੱਥੇ ਸਮੇਂ ਲਈ। ਜੀ ਕੱਲ੍ਹ ਰਾਜ ਸਭਾ ਨੂੰ ਵੀ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ। ਲੇਕਿਨ ਇਹਦੇ 'ਚ ਇੱਕ ਬੜਾ ਵਧੀਆ ਮੌਕਾ ਮਿਲਿਆ ਕਿ ਆਪੋਜੀਸ਼ਨ ਦੀ ਜਿਹੜੀ ਕੋਆਰਡੀਨੇਸ਼ਨ ਹੈ ਉਹ ਇੱਕ ਚੰਗੀ ਬਣੀ ਹੈ। ਜੀ ਜੀ ਰੁੱਖ ਕਰਦੇ ਹਾਂ ਕਿਸਾਨ ਅੰਦੋਲਨ ਦਾ। ਕਿਸਾਨ ਅੰਦੋਲਨ ਨੂੰ ਸਮਰਪਿਤ ਰਹੀ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੀ 24ਵੀਂ ਬਰਸੀ, ਇਹਦੇ ਬਾਰੇ ਕੀ ਕਹਿਣਾ ਚਾਹੋਗੇ ਢਿੱਲੋਂ ਸਾਹਿਬ? ਦੇਖੋ, ਕਿਸਾਨ ਅੰਦੋਲਨ ਦੀ ਆਪਦੀ ਅਹਿਮੀਅਤ ਹੈ, ਲੇਕਿਨ ਜਦੋਂ ਅਸੀਂ ਮਹਿਲ ਕਲਾਂ ਦੀ ਕਿਰਨਜੀਤ ਕੌਰ ਦੀ ਗੱਲ ਕਰਦੇ ਹਾਂ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਹੈ। ਕਿਰਨਜੀਤ ਕੌਰ ਇੱਕ ਅਧਿਆਪਕ ਦੀ ਬੇਟੀ ਸੀ। ਬਾਪ ਉਹਦਾ ਅੰਗਹੀਨ, ਕੁੜੀ ਬਹੁਤ ਇੰਟੈਲੀਜੈਂਟ ਸੀ। ਡੇਲੀ ਉਹ ਆਪਣੇ ਸਕੂਲ ਦੇ ਵਿੱਚ ਪੜ੍ਹਨ ਜਾਂਦੀ ਹੈ ਔਰ ਉਹਨੇ ਬਹੁਤ ਵਧੀਆ ਮਤਲਬ ਜਿਹੜਾ ਹੈਗਾ ਆਪਣੀ ਪੜ੍ਹਾਈ ਦੇ ਵਿੱਚ ਇੱਕ ਚੰਗਾ ਨਾਂ ਖੱਟਿਆ ਸੀ। ਜੀ ਆਪਣੇ ਪੜ੍ਹਨ ਵਾਲੀ ਜਗ੍ਹਾ ਤੋਂ, ਸਕੂਲ ਜਾਂ ਕਾਲਜ ਤੋਂ ਜਦੋਂ ਆਪਣੇ ਸਾਈਕਲ 'ਤੇ ਵਾਪਸ ਆ ਰਹੀ ਸੀ, ਕੁਝ ਮੁਸ਼ਟੰਡਿਆਂ ਨੇ ਉਸ ਕੁੜੀ ਨੂੰ ਅਗਵਾ ਕੀਤਾ। ਅਗਵਾ ਕਰਕੇ ਉਹਦੀ ਇੱਜ਼ਤ ਨਾਲ ਖਿਲਵਾੜ ਕੀਤਾ। ਜੀ ਖਿਲਵਾੜ ਕਰਨ ਤੋਂ ਬਾਅਦ ਉਸ ਕੁੜੀ ਦਾ ਕਤਲ ਕੀਤਾ ਤੇ ਫਿਰ ਉਹਨੂੰ ਜ਼ਮੀਨ ਦੇ ਵਿੱਚ ਡੂੰਘਾ ਦੱਬ ਦਿੱਤਾ। ਜੀ ਇਹ ਉਹ ਦੌਰ ਹੈ ਜਦੋਂ ਪੰਜਾਬ ਦੇ ਵਿੱਚ ਮਾਹੌਲ ਜੇ ਆਪਾਂ ਕਹਿ ਦਈਏ ਮਾੜਾ ਮਾਹੌਲ, ਜੀ ਮਾੜੇ ਮਾਹੌਲ ਵਾਲੇ ਦੌਰ ਦੇ ਵਿੱਚੋਂ ਆਪਾਂ ਅਜੇ ਨਿਕਲ ਰਹੇ ਸਾਂ। ਜੀ 24 ਸਾਲ ਪਹਿਲਾਂ ਦੀ ਗੱਲ ਹੈਗੀ। ਔਰ ਜੇ ਸਮਝ ਲਓ ਵੀ ਇਹ 2000 ਦੇ ਲਾਗੇ ਚਾਗੇ ਵਾਲਾ ਸਿਲਸਿਲਾ ਬਣਦਾ ਹੈ, ਤੇ ਉਹ ਭਾਵੇਂ ਮਾੜਾ ਦੌਰ ਨਿਕਲ ਗਿਆ ਸੀ ਲੇਕਿਨ ਉਹਦਾ ਪਰਛਾਵਾਂ ਸੀ। ਜੀ ਉਦੋਂ ਮਤਲਬ ਜਿਹੜੀ ਹੈਗੀ ਜੱਦੋ ਜਹਿਦ ਕਰਨੀ, ਲੜਾਈ ਕਰਨੀ ਇਨਸਾਫ ਵਾਸਤੇ, ਉਹ ਬਹੁਤ ਮੁਸ਼ਕਿਲ ਹੁੰਦੀ ਸੀ। ਜੀ ਲੇਕਿਨ ਇਹ ਦਾਦ ਦੇਣੀ ਪੈਂਦੀ ਹੈ ਉਸ ਧਰਤੀ ਨੂੰ ਕਿ ਉਸ ਧਰਤੀ ਦੇ ਉੱਤੇ ਕੁਝ ਜਿਹੜੇ ਹੈਗੇ ਅਗਾਂਹ ਵਧੂ ਲੋਕ
ਉਹ ਇਕੱਠੇ ਹੋਏ। ਟੀਚਰ ਦੀ ਬੇਟੀ ਹੈ, ਉਹ ਅਪਾਹਜ ਹੈ, ਇਕੱਲਾ ਬੰਦਾ ਲੜਾਈ ਨਹੀਂ ਲੜ ਸਕਦਾ। ਜੀ ਉਹਨਾਂ ਨੇ ਫਿਰ ਇੱਕ ਐਕਸ਼ਨ ਕਮੇਟੀ ਬਣਾਈ ਸੀ, ਕਿਰਨਜੀਤ ਕੌਰ ਐਕਸ਼ਨ ਕਮੇਟੀ। ਜੀ ਉਸ ਐਕਸ਼ਨ ਕਮੇਟੀ ਦੀ ਅਗਵਾਈ ਦੇ ਥੱਲੇ ਲੜਾਈ ਲੜੀ, ਬਹੁਤ ਵੱਡੇ ਵੱਡੇ ਇਕੱਠ ਹੋਏ, ਔਰ ਉਹਨਾਂ ਇਕੱਠਾਂ ਨੂੰ ਮੈਂ ਵੀ ਕਵਰ ਕਰਨ ਵਾਸਤੇ ਜਾਂਦਾ ਰਿਹਾ, ਮੈਂ ਦੇਖਦਾ ਰਿਹਾ ਜਾ ਕੇ। ਜੀ ਅਸੀਂ ਦੇਖਦੇ ਰਹੇ, ਬਹੁਤ ਵੱਡੇ ਵੱਡੇ ਇਕੱਠ ਹੁੰਦੇ ਸੀ। ਪੁਲਿਸ ਜਿਹੜੀ ਹੈਗੀ ਹੈ, ਕਿਉਂਕਿ ਬੰਦੇ ਜਿਨ੍ਹਾਂ ਮਸਟੰਡਿਆਂ ਨੇ ਕੰਮ ਕੀਤਾ ਸੀ, ਉਹਨਾਂ ਦੇ ਮਾਪਿਆਂ ਦੇ ਜਿਹੜੇ ਸਿਆਸੀ ਲਿੰਕ ਆ ਬੜੇ ਵੱਡੇ ਸੀ। ਜੀ ਸਿਆਸੀ ਲਿੰਕ ਉਹਨਾਂ ਦੇ ਕਾਂਗਰਸ ਪਾਰਟੀ ਦੇ ਵਿੱਚ ਵੀ ਸੀ, ਅਕਾਲੀ ਦਲ ਦੇ ਵਿੱਚ ਸੀ। ਇੱਥੋਂ ਤੱਕ ਕਿ ਉਸ ਇਲਾਕੇ ਦਾ ਇੱਕ ਜਿਹੜਾ ਖੱਬੇ ਪੱਖੀ MLA ਸੀ, ਉਹਦੇ ਨਾਲ ਵੀ ਉਹਨਾਂ ਦੇ ਲਿੰਕ ਨੇੜਲੇ ਰਹੇ ਸੀ। ਜੀ ਔਰ ਉਹ ਮਾਮਲੇ, ਉਹਨਾਂ ਮਾਮਲਿਆਂ ਦੇ ਵਿੱਚ ਫਿਰ ਜਿਹੜੀ ਲੜਾਈ ਲੜੀ, ਤੇ ਲੜਾਈ ਐਡੀ ਯੋਜਨਾਬੱਧ ਤਰੀਕੇ ਦੇ ਨਾਲ ਲੜੀ ਗਈ, ਜਿਵੇਂ ਹੁਣ ਕਿਸਾਨ ਅੰਦੋਲਨ ਦੀ ਲੜਾਈ ਲੜੀ ਜਾ ਰਹੀ ਹੈ। ਜੀ ਉਹੀ ਲੋਕ ਜਿਹੜੇ ਅੱਜ ਕਿਸਾਨ ਅੰਦੋਲਨ ਦੀਆਂ ਮੂਹਰਲੀਆਂ ਸਫਾ ਦੇ ਵਿੱਚ ਹੈ, ਖਾਸ ਕਰਕੇ ਜਦੋਂ ਅਸੀਂ ਗੱਲ ਕਰਦੇ ਹਾਂ ਮਨਜੀਤ ਸਿੰਘ ਧਨੇਰ ਹੋਰੀ, ਜੀ ਉਹ ਉਸ ਐਕਸ਼ਨ ਕਮੇਟੀ ਦੇ ਵਿੱਚ ਸੀ। ਸੁਖਦੇਵ ਸਿੰਘ ਬੜੀ ਰਹੇ ਨਹੀਂ, ਉਹ ਟੀਚਰ ਆਗੂ ਹੁੰਦੇ ਸੀ ਬਹੁਤ ਵੱਡੇ। ਜੀ ਇਹਨਾਂ ਸਾਰਿਆਂ ਨੇ ਮਿਲ ਕੇ, ਕੋਈ ਕਿਸਾਨ ਹੈ, ਕੋਈ ਬਿਜਲੀ ਕੰਮ ਹੈ, ਕੋਈ ਆਪਣਾ ਖੇਤ ਮਜ਼ਦੂਰ ਹੈ, ਕੋਈ ਟੀਚਰ ਹੈ, ਕੋਈ ਕਿਵੇਂ ਹੈ, ਕੋਈ ਕਿਵੇਂ, ਐਕਸ਼ਨ ਕਮੇਟੀ ਬਣਾ ਕੇ ਐਕਸ਼ਨ ਕਮੇਟੀ ਨੇ ਲੜਾਈ ਲੜੀ। ਤਾਂ ਫਿਰ ਨਤੀਜਾ ਹੈਗਾ ਕਿ ਪ੍ਰੈਸ਼ਰ ਇੰਨਾ ਜ਼ਿਆਦਾ ਪੈ ਗਿਆ ਜੀ ਕਿ ਕਈ ਦਿਨਾਂ ਬਾਅਦ ਫਿਰ ਉਹ ਜਿਹੜੀ ਹੈਗੀ ਉਹਨਾਂ ਬੰਦਿਆਂ ਨੂੰ ਟੌਰਚਰ ਕੀਤਾ, ਪੁਲਿਸ ਨੇ ਇੰਟੈਰੋਗੇਟ ਕੀਤਾ। ਇੰਟੈਰੋਗੇਟ ਕਰਨ ਤੋਂ ਬਾਅਦ ਗੱਲ ਨਿਕਲੀ, ਡੈੱਡ ਬੋਡੀ ਕੁੜੀ ਦੀ ਕੱਢੀ ਗਈ। ਕੱਢਣ ਤੋਂ ਬਾਅਦ ਫਿਰ ਉਹਨਾਂ ਬੰਦਿਆਂ ਦੇ ਖਿਲਾਫ ਕੇਸ ਚੱਲੇ ਤੇ ਉਹਨਾਂ ਨੂੰ ਸਜ਼ਾ ਹੋਈ। ਜਦੋਂ ਮੁਕੱਦਮਾ ਚੱਲਦਾ ਸੀ, ਮੁਕੱਦਮਾ ਚੱਲਦੇ ਦੇ ਦੌਰਾਨ ਹੀ ਜਿਹੜੇ ਦੋਸ਼ੀ ਸੀ, ਉਹਨਾਂ ਦਾ ਇੱਕ ਪੈਰਵੀ ਅਫਸਰ ਸੀ, ਉਹਨਾਂ ਦਾ ਬਜ਼ੁਰਗ, ਉਹਦਾ ਵੀ ਕਤਲ ਹੋ ਗਿਆ ਸੀ। ਉਹਦੇ ਵਿੱਚ ਵੀ ਮਨਜੀਤ ਧਨੇਰ ਹੋਰਾਂ ਨੂੰ ਕੈਦ ਹੋਈ ਸੀ। ਮੁਕੱਦਮੇ ਦੇ ਵਿੱਚ ਮਨਜੀਤ ਧਨੇਰ ਹੋਰਾਂ ਨੂੰ ਵਿੱਚ ਪਾ ਦਿੱਤਾ ਸੀ, ਕੈਦ ਹੋਈ ਸੀ। ਜੀ ਔਰ ਉਹਦੇ ਵਾਸਤੇ ਵੀ ਇੱਕ ਬਹੁਤ ਵੱਡੀ ਲੜਾਈ ਲੜੀ ਗਈ ਸੀ ਕਿ ਇਹਨਾਂ ਲੋਕਾਂ ਨੂੰ ਜਿਹੜਾ ਨਜਾਇਜ਼ ਫਸਾਇਆ ਗਿਆ ਹੈ, ਔਰ ਉਹਦੇ ਵਿੱਚੋਂ ਵੀ ਇਹਨਾਂ ਨੂੰ ਫਿਰ ਮਤਲਬ ਬਾਅਦ ਵਿੱਚ ਸਰਕਾਰ ਮਜਬੂਰ ਹੋਈ ਸੀ, ਉਹਨਾਂ ਨੂੰ ਛੱਡ ਦਿੱਤਾ ਸੀ। ਕੱਲ੍ਹ ਕਿਰਨਜੀਤ ਕੌਰ ਦੀ 24ਵੀਂ ਬਰਸੀ ਸੀ, ਔਰ ਇਹ 24ਵੀਂ ਬਰਸੀ ਜਿਹੜੀ ਹੈਗੀ ਹੈ ਕਿਸਾਨ ਅੰਦੋਲਨ ਨੂੰ ਸਮਰਪਿਤ ਸੀ। ਔਰ ਤੁਸੀਂ ਇਹ ਦੇਖੋ ਕਿ ਕਿਸਾਨ ਅੰਦੋਲਨ ਜਦੋਂ ਚਰਮ ਸੀਮਾ 'ਤੇ ਹੈ, ਉਦੋਂ ਲਗਭਗ ਸਾਰੀ ਜਿਹੜੀ ਪੰਜਾਬ ਨਾਲ ਸੰਬੰਧਿਤ ਲੀਡਰਸ਼ਿਪ ਹੈ, ਜਿਹੜੀ ਅਹਿਮ ਲੀਡਰਸ਼ਿਪ ਹੈ, ਜੀ ਉਹ ਲੀਡਰਸ਼ਿਪ ਸਿੰਘੂ ਦਾ ਮੋਰਚਾ ਛੱਡ ਕੇ ਉਹ ਮਹਿਲ ਕਲਾਂ ਪਹੁੰਚੀ ਹੋਈ ਸੀ। ਜੀ ਮੰਚ ਦੇ ਉੱਤੇ ਬਲਬੀਰ ਸਿੰਘ ਰਾਜੇਵਾਲ ਵੀ ਸੀ, ਮਨਜੀਤ ਸਿੰਘ ਧਨੇਰ ਤਾਂ ਖੈਰ ਮਤਲਬ ਇਸ ਅੰਦੋਲਨ ਦਾ ਅਸੀਂ ਮੋਢੀਆਂ 'ਚ ਕਹਿ ਸਕਦੇ ਹਾਂ, ਉਹ ਵੀ ਸੀ। ਜੀ ਕੁੜੀ ਸੋਨੀਆ ਮਾਨ, ਬਲਦੇਵ ਸਿੰਘ ਮਾਨ ਦੀ ਕੁੜੀ, ਉਹ ਵੀ ਸੀ। ਜੀ ਰਣਜਿੰਦਰ ਸਿੰਘ, ਦੀਪ ਸਿੰਘ ਵਾਲਾ ਵੀ ਸੀ, ਉਹ ਸਾਰੇ ਲੋਕ ਉੱਥੇ ਸੀ। ਜੀ ਕੱਲ ਅਹਿਦ ਕੀਤਾ ਹੈ, ਕਿਸਾਨਾਂ ਨੇ ਵੀ ਇਹ ਅਹਿਦ ਕੀਤਾ ਕਿ ਜਿਹੜੇ ਕਿਸਾਨ ਆਗੂ ਨੇ ਕਿ ਅਸੀਂ ਲੜਾਈ ਕਿਸਾਨੀ ਦੀ ਲੜਦੇ ਹਾਂ, ਭਾਵੇਂ ਇਹ ਇਕੱਲੀ ਕਿਸਾਨੀ ਦੀ ਲੜਾਈ ਨਹੀਂ, ਇਹ ਆਮ ਲੋਕਾਂ ਦੀ ਲੜਾਈ ਹੈ। ਆਫ ਦੀ ਈਅਰ ਵੀ ਆਪਾਂ ਗੱਲ ਕਰਦੇ ਸੀ ਕਿ ਕਿਸਾਨ ਅੰਦੋਲਨ ਦਾ ਕਿੱਡਾ ਵੱਡਾ ਫਰਕ ਪਿਆ ਜੀ ਕਿ ਇਸ ਵੇਲੇ ਜਿਹੜੇ ਹੈਗੇ ਆ ਪੋਲੀਟੀਕਲ ਬੰਦੇ ਜਿਹੜੇ ਉਹਨਾਂ ਨੂੰ ਪੜ੍ਹਨੇ ਪਾ ਦਿੱਤਾ ਹੈ। ਜੀ ਸੋ ਕੁੱਲ ਮਿਲਾ ਕੇ ਆਪਾਂ ਦੇਖੀਏ ਜਿਹੜਾ ਕੱਲ ਇਹ ਫੰਕਸ਼ਨ ਹੋਇਆ ਸੀ ਤਾਂ ਵਰਸੀ ਦਾ ਸਮਾਗਮ, ਜੀ ਲੇਕਿਨ ਇਹ ਵਰਸੀ ਦਾ ਸਮਾਗਮ ਵੀ ਕਿਸਾਨ ਅੰਦੋਲਨ ਨੂੰ ਹੀ ਸਮਰਪਿਤ ਹੋ ਗਿਆ। ਅਗਲੀ ਗੱਲ, 100 ਦੇ ਕਰੀਬ ਥਾਵਾਂ ਪੰਜਾਬ 'ਚ ਜੀ ਜਿੱਥੇ ਵੱਖ-ਵੱਖ ਥਾਵਾਂ ਤੇ ਧਰਨੇ ਲੱਗੇ, ਹਰਿਆਣੇ ਦੇ ਵਿੱਚ ਵੀ ਧਰਨੇ ਲੱਗੇ। ਉਹਨਾਂ ਸਾਰਿਆਂ ਧਰਨਿਆਂ ਦੇ ਉੱਤੇ ਕੱਲ ਕਿਰਨਜੀਤ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਜੀ ਮਤਲਬ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਕਿਰਨਜੀਤ ਕੌਰ ਦੀ ਬਰਸੀ ਮਨਾਈ ਗਈ। ਥੱਲੇ ਪੰਜਾਬ ਹਰਿਆਣੇ ਦੇ ਵਿੱਚ ਲੱਗੇ ਧਰਨਿਆਂ ਤੋਂ ਲੈ ਕੇ ਸਿੰਘੂ ਤੇ ਟਿਕਰੀ ਤੱਕ ਉੱਥੇ ਵੀ ਬਰਸੀ ਮਨਾਈ ਗਈ। ਲੇਕਿਨ ਜਿਹੜਾ ਮੁੱਖ ਸਮਾਗਮ ਸੀ, ਉਹ ਮੁੱਖ ਸਮਾਗਮ ਜਿਹੜਾ ਸੀ ਕਿਸਾਨ ਅੰਦੋਲਨ ਨੂੰ ਸਮਰਪਿਤ ਸੀ। ਜੀ ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਕਿ ਜਿਹੜੀ ਸੰਘਰਸ਼ੀ ਲੋਕ ਹੈ, ਸੰਘਰਸ਼ੀ ਲੋਕਾਂ ਦੀ ਜਿਹੜੀ ਪ੍ਰਤੀਬੱਧਤਾ ਹੈ ਜੀ ਇਨਸਾਫ ਪ੍ਰਤੀ, ਇਹ ਉਹਦੀ ਇੱਕ ਪ੍ਰਤੀਕ ਹੋ ਨਿਬੜੀ ਹੈ ਕੱਲ੍ਹ ਵਾਲੀ ਬਰਸੀ। ਜੀ ਜੀ ਢਿੱਲੋਂ ਸਾਹਿਬ, ਅੱਜ ਦੀਆਂ ਖਬਰਾਂ ਤੇ ਤੁਹਾਡੀ ਟਿੱਕਾ ਟਿੱਪਣੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਮਿਹਰਬਾਨੀ। ਤੇ ਦੋਸਤੋ, ਅੱਜ ਲਈ ਬਸ ਇੰਨਾ ਹੀ। ਪ੍ਰੋਗਰਾਮ ਸ਼ਮਾਦਾਨ ਜਾਰੀ ਰਹੇਗਾ। ਲੈਂਦੇ ਹਾਂ ਇੱਕ ਬ੍ਰੇਕ।